हम जीसस क्राइस्ट चर्च मलॉट में आपका स्वागत करते हैं। आप वचन सुनने के बाद हमारा चैनल सब्सक्राइब कर सकते हैं। और ਜਿਹੜੀ ਵੀ ਉੱਥੇ ਗਰੁੱਪ ਪ੍ਰਾਰਥਨਾ ਸ਼ੁਰੂ ਕੀਤੀ ਆ ਹਰ ਸ਼ਨੀਵਾਰ ਦੀ। ਕੱਲ ਰਾਤ ਅਸੀਂ ਗਰੁੱਪ ਪ੍ਰਾਰਥਨਾ ਦੇ ਵਿੱਚ ਮੇਰਾ ਪੂਰਾ ਪਰਿਵਾਰ ਸੀ ਔਰ ਜੋ ਆਸੇ-ਪਾਸੇ ਸਾਡੇ ਘਰ ਦੇ ਨੇੜੇ ਜੋ ਘਰ ਨੇ ਉਹਨਾਂ ਦੀ ਅਸੀਂ ਡਿਊਟੀ ਲਗਾਈ ਸੀ ਕਿ ਆਪਾਂ ਹਰ ਸ਼ਨੀਵਾਰ ਘੰਟਾ ਐਤਵਾਰ ਦੇ ਲਈ ਸੰਗਤ ਲਈ ਕਲੀਸਿਆ ਲਈ ਪਰਮੇਸ਼ਵਰ ਦੇ ਬਚਨ ਦੇ ਲਈ ਪ੍ਰਭੂ ਦੇ ਕੰਮਾਂ ਦੇ ਲਈ ਅਸੀਂ ਦੁਆ ਕਰਾਂਗੇ। ਔਰ ਕੱਲ ਸ਼ਨੀਵਾਰ ਰਾਤ ਨੂੰ ਅਸੀਂ ਸਭ ਉਸ ਜਗ੍ਹਾ ਤੇ ਪ੍ਰਾਰਥਨਾ ਕਰ ਰਹੇ ਸੀ ਤਾਂ ਪ੍ਰਭੂ ਨੇ ਮੈਨੂੰ ਕੱਲ ਰਾਤ ਦੀ ਪ੍ਰਾਰਥਨਾ ਦੇ ਵਿੱਚ ਇੱਕ ਦਰਸ਼ਨ ਦੇ ਦੁਆਰਾ ਦਿਖਾਇਆ ਕਿ ਤੁਸੀਂ ਸਿੱਖ ਵਾਲੇ ਜਾਣਾ ਹੈ ਔਰ ਉਸ ਜਗ੍ਹਾ ਤੇ ਜਾ ਕੇ ਐਤਵਾਰ ਦੀ ਬੰਦਗੀ ਕਰਨੀ। ਮੈਂ ਕਾਫੀ ਹਫ਼ਤੇ ਤੋਂ ਕਮ ਸੇ ਕਮ ਠੀਕ ਨਹੀਂ ਹਾਂ। ਮੇਰੇ ਪੇਟ ਦੇ ਵਿੱਚ ਕਾਫੀ ਦਰਦ ਸੀ। ਮੇਰੇ ਲਈ ਸਫ਼ਰ ਵੀ ਕਰਨਾ ਔਖਾ ਸੀ, ਪਰ ਫਿਰ ਵੀ ਅਸੀਂ ਜੋ ਪ੍ਰਭੂ ਸਾਨੂੰ ਕਹਿੰਦੇ ਨੇ ਉਹ ਕਰਨਾ ਬਹੁਤ ਜ਼ਰੂਰੀ ਹੈ। ਉੱਚੀ ਬੋਲੋ ਹਾਲੇਲੂਇਆ। ਜ਼ਿੰਦਗੀ 'ਚ ਹਮੇਸ਼ਾ ਇਹ ਗੱਲ ਯਾਦ ਰੱਖੋ, ਜਦੋਂ ਪ੍ਰਭੂ ਤੁਹਾਨੂੰ ਕੋਈ ਕੰਮ ਕਰਨ ਲਈ ਕਹਿੰਦੇ ਨੇ, ਜਦੋਂ ਪ੍ਰਭੂ ਤੁਹਾਨੂੰ ਆਪਣੇ ਦਾਸ ਦੇ ਦੁਆਰਾ ਕੁਝ ਕਰਨ ਦੇ ਲਈ ਕਹਿੰਦੇ ਨੇ, ਔਰ ਖਾਸ ਕਰਕੇ ਜਦੋਂ ਤੁਸੀਂ ਪ੍ਰਾਰਥਨਾ 'ਚ ਬੈਠਦੇ ਹੋ, ਅਗਰ ਤੁਸੀਂ ਆਤਮਾ ਦੀ ਆਵਾਜ਼ ਨੂੰ ਸੁਣਦੇ ਹੋ ਔਰ ਉਸ ਸਮੇਂ ਪ੍ਰਭੂ ਤੁਹਾਨੂੰ ਕੁਝ ਕਰਨ ਦੇ ਲਈ ਕਹਿੰਦੇ ਨੇ ਤਾਂ ਉਸ ਚੀਜ਼ ਨੂੰ ਜ਼ਰੂਰ ਕਰਿਆ ਕਰੋ। ਉੱਚੀ ਬੋਲੋ ਹਾਲੇਲੂਇਆ। ਉਸ ਚੀਜ਼ ਨੂੰ ਆਪਣੀ ਜ਼ਿੰਦਗੀ 'ਚ ਕਰਨਾ ਸ਼ੁਰੂ ਕਰੋਗੇ ਨਾ, ਤੁਸੀਂ ਦੇਖੋਗੇ ਪ੍ਰਭੂ ਤੁਹਾਨੂੰ ਹਰ ਦਿਨ ਅੱਗੇ ਵਧਾਉਣਗੇ। ਆਓ ਅਸੀਂ ਪਰਮੇਸ਼ਵਰ ਦੇ ਇੱਕ ਵਚਨ ਨੂੰ ਅੱਜ ਬੜੇ ਤਰੀਕੇ ਦੇ ਨਾਲ ਇਸ ਜਗ੍ਹਾ ਤੇ ਸਿੱਖਣਾ ਹੈ। ਪਰਮੇਸ਼ਵਰ ਦੇ ਦਾਸ ਪਾਸਟਰ ਤਰਸੇਮ ਜੀ ਤੁਹਾਨੂੰ ਵਚਨ ਸਿਖਾ ਰਹੇ ਨੇ ਔਰ ਬੜੀ ਵਧੀਆ ਗੱਲ ਹੈ ਕਿ ਤੁਸੀਂ ਸਭ ਪਰਮੇਸ਼ਵਰ ਦੇ ਵਚਨ ਨੂੰ ਸਿੱਖ ਰਹੇ ਹੋ। ਤੁਸੀਂ ਸਭ ਪ੍ਰਭੂ ਦੇ ਵਿੱਚ ਮਿਹਨਤ ਕਰ ਰਹੇ ਹੋ ਔਰ ਸਾਡੀ ਇਹ ਆਸ ਉਮੀਦ ਹੈ ਕਿ ਪ੍ਰਭੂ ਤੁਹਾਨੂੰ ਹੋਰ ਅੱਗੇ ਵਧਾਵੇ। ਇਸੇ ਤਰ੍ਹਾਂ ਤੁਸੀਂ ਪ੍ਰਭੂ ਵਿੱਚ ਅੱਗੇ ਵਧਦੇ ਜਾਓ। ਉੱਚੀ ਬੋਲੋ ਹਾਲੇਲੂਇਆ। ਆਓ ਅਸੀਂ ਪਰਮੇਸ਼ਵਰ ਦੇ ਵਚਨ ਨੂੰ ਸਿੱਖਾਂਗੇ। ਮੇਰੇ ਵਚਨ ਦਾ ਅੱਜ ਦਾ ਟੌਪਿਕ ਇਹ ਹੈ ਕਿ ਆਪਣੇ ਮਸੇ ਨੂੰ, ਆਪਣੇ ਤੇਲ ਨੂੰ ਜੋ ਪਰਮੇਸ਼ਵਰ ਨੇ ਤੁਹਾਨੂੰ ਦਿੱਤਾ ਹੈ ਉਹਨੂੰ ਖਰਾਬ ਨਹੀਂ ਕਰਨਾ। ਉੱਚੀ ਬੋਲੋ ਹਾਲੇਲੂਇਆ। इंग्लिश में लिखा है डोंट वेस्ट योर ऑयल। अपना तेल, अपना मसा, जो जिम्मेवारी परमेश्वर ने तुहानू मुढ़ तो दिती है। मैं देखदा हां कि जदों कोई कलीसिया, कोई चर्च वधदी है, ਉਹਦੇ ਵਿੱਚ ਪਹਿਲਾ ਵਧਣ ਦਾ ਕਾਰਨ ਪਾਸਟਰ ਜੀ ਨੇ, ਦੂਸਰਾ ਵਧਣ ਦਾ ਕਾਰਨ ਪਾਸਟਰ ਜੀ ਦੀ ਫੈਮਿਲੀ ਹੈ ਔਰ ਤੀਸਰਾ ਵਧਣ ਦਾ ਕਾਰਨ ਚਰਚ ਦੇ ਮੈਂਬਰਸ, ਵਲੰਟੀਅਰਸ ਅਤੇ ਟੀਮ ਹੁੰਦੀ ਹੈ। ਜਿਸ ਤਰ੍ਹਾਂ ਜਦੋਂ ਅਸੀਂ ਹੱਥ ਦੇ ਨਾਲ ਕੰਮ ਕਰਦੇ ਹਾਂ, ਪੰਜੇ ਉਂਗਲਾਂ ਚਾਹੀਦੀਆਂ ਨੇ, ਗੂਠਾ ਇਕੱਲਾ ਕੰਮ ਨਹੀਂ ਕਰ ਸਕਦਾ। ਕਈ ਐਸੇ ਕੰਮ ਨੇ ਜਿਹੜੀ ਆਹ ਉਂਗਲ ਕਰ ਸਕਦੀ ਆ, ਪਰ ਇਹ ਸਾਰੀਆਂ ਉਂਗਲਾਂ ਜਦੋਂ ਇਕੱਠੀਆਂ ਮਿਲਦੀਆਂ ਨੇ ਉਦੋਂ ਹੀ ਅਸੀਂ ਕਿਸੇ ਚੀਜ਼ ਨੂੰ ਫੜ ਸਕਦੇ ਹਾਂ, ਕਿਸੇ ਚੀਜ਼ ਨੂੰ ਕਰ ਸਕਦੇ ਹਾਂ। ਇਸ ਲਈ ਹਮੇਸ਼ਾ ਇਸ ਚੀਜ਼ ਨੂੰ ਯਾਦ ਰੱਖਣਾ ਹੈ ਕਿ ਚਰਚ ਇਕੱਲੇ ਪਾਸਟਰ ਦੀ ਨਹੀਂ ਹੈ, ਚਰਚ ਇਕੱਲੇ ਪਾਸਟਰ ਦੇ ਪਰਿਵਾਰ ਦੀ ਨਹੀਂ ਹੈ, ਨਾ ਹੀ ਚਰਚ ਕਿਸੇ ਵਲੰਟੀਅਰ ਦੀ ਹੈ। ਚਰਚ ਪਰਮੇਸ਼ਵਰ ਦੀ ਹੈ, ਪਰ ਅਸੀਂ ਸਭ ਰਲ ਕੇ ਇਸ ਨੂੰ ਵਧਾ ਸਕਦੇ ਹਾਂ। ਉੱਚੀ ਬੋਲੋ ਹਾਲੇਲੂਇਆ। ਉੱਚੀ ਬੋਲੋ ਹਾਲੇਲੂਇਆ। ਇਸ ਲਈ ਮੇਰਾ ਟੌਪਿਕ ਕੀ ਹੈ? ਆਪਣੇ ਤੇਲ ਨੂੰ, ਆਪਣੇ ਮਸਾਂ ਨੂੰ, ਆਪਣੇ ਅਭਿਸ਼ੇਕ ਨੂੰ ਘਟਣ ਨਹੀਂ ਦੇਣਾ, ਇਹਨੂੰ ਖਰਾਬ ਨਹੀਂ ਕਰਨਾ। ਆਓ ਅਸੀਂ ਇਹ ਸਭ ਸਿੱਖਣ ਤੋਂ ਪਹਿਲਾਂ ਇੱਕ ਵਚਨ ਤੋਂ ਸ਼ੁਰੂ ਕਰਾਂਗੇ। ਉਪਦੇਸ਼ਕ 10 ਦੀ 1। ਉਪਦੇਸ਼ਕ ਉਸ ਦੀ 10 ਦੀ 1। ਜਲਦੀ ਜਲਦੀ ਅਸੀਂ ਬਾਈਬਲ ਚੋਂ ਖੋਲਾਂਗੇ ਔਰ ਪੜਾਂਗੇ। ਉਪਦੇਸ਼ਕ 10 ਦੀ 1। कोई भी जिन्होंने मिलता है जल्दी खोल के तुम पढ़ सकते हो। उपदेशक 10 की 1। हाँ जी, हाँ जी, ऊंची पढ़ो। मोइयां मक्खियां गांधी जे, हाँ जी, गांधी जे, हाँ जी, फुलेल नूं दुर्गंधित करदियां हन। हाँ जी। तिहा ही रति को
ਮੂਰਖਤਾਈ ਬੁੱਧ ਅਤੇ ਆਦਰ ਨੂੰ ਮਾਤ ਪਾ ਦਿੰਦੀ ਹੈ। हाँ जी, थोड़ा माइक तो बिना पढ़ो, थोड़ा समझ नहीं होती है साउंड। ऊंची खड़े होके, थोड़ा खड़े होके ऊंची पढ़ो। ਮੋਈਆਂ ਮੱਖੀਆਂ मोइयां मक्खियां ਗਾਦੀ ਦੇ ਫੁਲੇਲ ਨੂੰ ਦੁਰਗੰਧਿਤ ਕਰ ਦਿੰਦੀਆਂ ਹਨ। हाँ जी, और बचन च लिखा है मोइयां मक्खियां। एक तेल इस जगह ते लिखा होया, वो बहुत महंगा तेल है, इत्र दे समान है, पर बाइबल च लिखा अगर उस तेल दे विच मोइयां मक्खियां मरियां मक्खियां चलियां जान, वो तेल खत्म हो जाता है, उस तेल की सुगंध खत्म हो जाती है। तो मैं तुहानूं दस्सां, जिस तेल नूं असीं अपने ते लगाउणा सी कि इह सानूं खुशबू देवे, वो तेल नाश हो जाता है। अगे ਕਿਹਾ ਹੀ ਰਤਿਕ ਮੂਰਖਤਾਈ ਉਸੇ ਤਰ੍ਹਾਂ ਹੀ ਥੋੜੀ ਜੀ ਮੂਰਖਤਾਈ ਬੁੱਧ ਅਤੇ ਆਦਰ ਨੂੰ ਮਾਤ ਪਾ ਦਿੰਦੀ ਹੈ। ਅਤੇ ਜਦੋਂ ਅਸੀਂ ਮੂਰਖਤਾਈ ਕਰਦੇ ਹਾਂ, ਜਦੋਂ ਅਸੀਂ ਪਰਮੇਸ਼ਰ ਦੇ ਕੰਮਾਂ 'ਚ ਢਿੱਲ ਕਰਦੇ ਹਾਂ, ਜਦੋਂ ਅਸੀਂ ਖੁਦਾ ਦੇ ਹੁਕਮਾਂ ਨੂੰ ਨਹੀਂ ਮੰਨਦੇ, ਉਹ ਪਹਿਲੀ ਚੀਜ਼ ਸਾਡੇ ਜੀਵਨ 'ਚੋਂ ਕੀ ਘਟਾਉਂਦੀ ਆ? ਕੀ ਲਿਖਿਆ ਬ੍ਰਦਰ ਉੱਥੇ, ਕੀ ਖਤਮ ਹੋ ਜਾਂਦਾ? ਹਾਂਜੀ ਪੜੋ। ਆਦਰ ਨੂੰ पहली चीज आदर, दूसरी चीज बुद्ध। ऊंची बोलो हालेलुया। बैठ जाओ बस। ਜਦੋਂ ਜਿਸ ਤਰ੍ਹਾਂ ਤੇਲ ਮੱਖੀਆਂ ਦੇ ਨਾਲ ਖਤਮ ਹੋ ਜਾਂਦਾ ਹੈ, ਖਰਾਬ ਹੋ ਜਾਂਦਾ ਹੈ। ਤੁਸੀਂ ਅਕਸਰ ਦੇਖਿਆ ਹੋਵੇਗਾ, ਸਰੋਂ ਦਾ ਤੇਲ ਅਸੀਂ ਸਿਰ ਤੇ ਲਾਉਣ ਨੂੰ ਵਰਤਦੇ ਹਾਂ, ਸਰੋਂ ਦਾ ਤੇਲ ਅਸੀਂ ਖਾਣੇ ਬਣਾਉਣ ਨੂੰ ਵੀ ਵਰਤਦੇ ਹਾਂ। ਅਗਰ ਉਸੇ ਸਰੋਂ ਦੇ ਤੇਲ ਵਿੱਚ ਮੱਖੀਆਂ ਚਲੀਆਂ ਜਾਂਦੀਆਂ, ਕੁਝ ਕੁ ਦਿਨ ਤੁਸੀਂ ਦੇਖਿਓ ਤੇਲ ਖਰਾਬ ਹੋ ਜਾਂਦਾ, ਤੇਲ ਚੋਂ ਸਮੈਲ ਆਉਣੀ ਸ਼ੁਰੂ ਹੋ ਜਾਂਦੀ ਹੈ। ਉਸੇ ਤਰ੍ਹਾਂ ਪਰਮੇਸ਼ਵਰ ਦੇ ਵਚਨ ਨੇ ਸਾਨੂੰ ਇੱਕ ਤਰ੍ਹਾਂ ਦਾ ਤਰੀਕਾ ਦੱਸਿਆ ਕਿ ਜਿਵੇਂ ਤੇਲ ਮੱਖੀਆਂ ਮਰੀਆਂ ਮੱਖੀਆਂ ਦੇ ਨਾਲ ਖਰਾਬ ਹੋ ਜਾਂਦਾ ਨਾ, ਉਸੇ ਤਰ੍ਹਾਂ ਜਦੋਂ ਅਸੀਂ ਮਰੇ ਜੀਵਨ 'ਚ ਚਲੇ ਜਾਂਦੇ ਆ, ਉਸੇ ਤਰ੍ਹਾਂ ਜਦੋਂ ਸਾਡੇ ਵਿੱਚ ਪਰਮੇਸ਼ਵਰ ਦਾ ਜੀਵਨ ਨਹੀਂ ਰਹਿੰਦਾ, ਜਦੋਂ ਮਰੇ ਕੰਮ ਸਾਡੇ ਜੀਵਨ 'ਚ ਹੋਣੇ ਸ਼ੁਰੂ ਹੋ ਜਾਂਦੇ ਨੇ, ਤਾਂ ਫਿਰ ਜਿਹੜਾ ਮਸਾ, ਜਿਹੜੀ ਕਿਰਪਾ, ਜਿਹੜਾ ਅਨੁਗ੍ਰਹਿ ਪਰਮੇਸ਼ਵਰ ਨੇ ਸਾਡੇ ਜ਼ਿੰਦਗੀ 'ਚ ਰੱਖਿਆ ਸੀ, ਉਹ ਹੌਲੀ ਹੌਲੀ ਕੀ ਹੋ ਜਾਂਦਾ ਹੈ? ਖਤਮ ਹੋ ਜਾਂਦਾ ਹੈ। ਔਰ ਜਿਸ ਤਰ੍ਹਾਂ ਉਸ ਤੇਲ ਵਿੱਚੋਂ ਸਮੈਲ ਆਉਣੀ ਸ਼ੁਰੂ ਹੋ ਜਾਂਦੀ ਹੈ, ਉਹੀ ਤੇਲ ਜਦੋਂ ਅਸੀਂ ਲਗਾਉਣਾ ਹੋਵੇ ਤਾਂ ਉਸ ਨੂੰ ਪੂਰੇ ਜਗ੍ਹਾ ਤੇ, ਵਧੀਆ ਜਗ੍ਹਾ ਤੇ ਰੱਖਦੇ ਆ, ਵਧੀਆ ਨਮਾਰੀ 'ਚ ਰੱਖਦੇ ਆ। ਮੈਨੂੰ ਨਹੀਂ ਲੱਗਦਾ ਪਰਫਿਊਮ ਕਿਸੇ ਨੇ ਬੈੱਡ ਥੱਲੇ ਰੱਖਿਆ ਹੋਵੇਗਾ ਕਦੇ, ਸੈਂਟ। ਮੈਨੂੰ ਨਹੀਂ ਲੱਗਦਾ ਕੋਈ ਤੇਲ ਕਿਸੇ ਬੈੱਡ ਥੱਲੇ ਕੋਈ ਰੱਖਦਾ ਹੋਵੇਗਾ। ਤੇਲ, ਪਾਊਡਰ, ਕਰੀਮ, ਇਹ ਸਭ ਚੀਜ਼ਾਂ ਅਸੀਂ ਸੰਭਾਲ ਕੇ ਰੱਖਦੇ ਆ। ਇਹਨਾਂ ਨੂੰ ਸੰਭਾਲ ਕੇ ਰੱਖਣ ਦੇ ਲਈ ਸਪੈਸ਼ਲ ਅਲਮਾਰੀਆਂ, ਸਪੈਸ਼ਲ ਜਗ੍ਹਾ ਬਣੀਆਂ ਹੋਈਆਂ ਨੇ, ਕਿਉਂਕਿ ਇਹ ਚੀਜ਼ਾਂ ਸਾਨੂੰ ਸੁੰਦਰ ਬਣਾਉਂਦੀਆਂ। ਪਰ ਮੈਂ ਤੁਹਾਨੂੰ ਦੱਸਾਂ, ਪਰਮੇਸ਼ਰ ਦਾ ਵਚਨ ਇਸ ਜਗ੍ਹਾ ਤੇ ਕਹਿ ਰਿਹਾ ਹੈ, ਜਿਸ ਤਰ੍ਹਾਂ ਉਹ ਤੇਲ ਮਰੀਆਂ ਮੱਖੀਆਂ ਦੇ ਨਾਲ ਖਤਮ ਹੋ ਜਾਂਦਾ ਹੈ, ਖਰਾਬ ਹੋ ਜਾਂਦਾ ਹੈ, ਉਸੇ ਤਰ੍ਹਾਂ ਹੀ ਸਾਡੀ ਥੋੜੀ ਜੀ ਮੂਰਖਤਾ, ਉਸੇ ਤਰ੍ਹਾਂ ਸਾਡਾ ਹੱਠੀਪਨ, ਉਸੇ ਤਰ੍ਹਾਂ ਸਾਡੀ ਪਾਪ ਵਾਲੀ ਜ਼ਿੰਦਗੀ, ਉਸੇ ਤਰ੍ਹਾਂ ਸਾਡੇ ਛੋਟੇ ਛੋਟੇ ਪਾਪ ਸਾਡੇ ਮਸੀਹ ਜੀਵਨ ਨੂੰ, ਸਾਡੀ ਸੇਵਕਾਈ ਨੂੰ, ਸਾਡੀਆਂ ਡਿਊਟੀਆਂ ਨੂੰ ਲਗਾਤਾਰ ਕੀ ਕਰ ਦਿੰਦੇ ਨੇ? ਖਤਮ ਕਰ ਦਿੰਦੇ ਨੇ। ਆਓ ਅਸੀਂ ਪਰਮੇਸ਼ਰ ਦੇ ਬਚਨ ਚੋਂ ਇੱਕ ਚੀਜ਼ ਹੋਰ ਅਸੀਂ ਕਹਾਣੀ ਨੂੰ ਪੜਾਂਗੇ ਔਰ ਦੇਖਾਂਗੇ ਕਿ ਕਿਵੇਂ ਪਰਮੇਸ਼ਰ ਦਾ ਮਸਾ, ਕਿਵੇਂ ਪਰਮੇਸ਼ਰ ਦੀ ਕਿਰਪਾ ਕਿਸੇ ਬੰਦੇ ਉੱਤੇ ਜਦੋਂ ਹੁੰਦੀ ਹੈ, ਉਦੋਂ ਕੀ ਹੁੰਦਾ ਹੈ। ਸੋ ਪਹਿਲਾ ਸੈਮੂਅਲ ਉਸ ਦੀ 16:6, ਇੱਕ ਵਾਰ ਉੱਚੀ ਬੋਲਾਂਗੇ ਹਾਲੇਲੂਇਆ। ਹਾਂਜੀ, ਪਹਿਲਾ ਸੈਮੂਅਲ ਉਸ ਦੀ 16:6। ਹਾਂਜੀ, ਇਸ ਜਗ੍ਹਾ ਤੇ ਜਦੋਂ ਤੁਸੀਂ ਧਿਆਨ ਨਾਲ ਪਰਮੇਸ਼ਰ ਦੇ ਬਚਨ ਨੂੰ ਪੜ੍ਹਦੇ ਹੋ, ਮੈਂ ਇੱਕ ਚੀਜ਼ ਤੁਹਾਡੇ ਤੋਂ ਇੱਕ ਹੋਰ ਪੁੱਛਣਾ ਚਾਹਾਂਗਾ, ਤੁਹਾਡੇ ਚੋਂ ਕਿੰਨੇ ਜੀ ਨੇ ਜਿਨ੍ਹਾਂ ਨੂੰ ਪੰਜਾਬੀ ਪੜ੍ਹਨੀ ਆਉਂਦੀ? ਹੱਥ ਖੜਾ ਕਰ ਸਕਦੇ? ਪੰਜਾਬੀ ਤੁਹਾਡੇ ਚੋਂ ਕਿੰਨਾ ਨੂੰ ਪੜ੍ਹਨੀ ਆਉਂਦੀ ਹੈ? ਤੁਹਾਡੇ ਚੋਂ ਜਿੰਨੇ ਵੀ ਬੈਠੇ ਨੇ, ਕਿਸੇ ਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ? ਕੋਈ ਪੜ੍ਹਿਆ ਨਹੀਂ ਹੈ? ਹਾਂਜੀ, ਤੁਸੀਂ ਨਹੀਂ ਪੜ੍ਹੇ ਬੱਚੇ? ਤੁਸੀਂ ਪੜ੍ਹੇ ਹੋ ਭੈਣ? ਤੁਸੀਂ ਪੜ੍ਹੇ? ਹੋਰ ਕੋਈ ਹੋਰ ਪੰਜਾਬੀ ਨਹੀਂ ਪੜ੍ਹਦਾ? ਤੁਹਾਡੇ ਦੋਵਾਂ ਕੋਲੇ ਬਾਈਬਲ ਕਿੱਥੇ ਹੈ? ਤੁਹਾਡੀ ਬਾਈਬਲ ਲੈ ਕੇ ਆਇਆ ਤੁਹਾਨੂੰ, ਉੱਚੀ ਬੋਲੋ ਹਾਲੇਲੂਇਆ। ਬਾਈਬਲ ਪੜ੍ਹਨੀ ਇਕੱਲੀ ਪਾਸਟਰ ਦੇ ਲਈ ਨਹੀਂ ਹੈ। ਇੱਕ ਆਮ ਵਿਸ਼ਵਾਸੀ ਜਦੋਂ ਤੱਕ ਆਪਣਾ ਸਮਾਂ ਪਰਮੇਸ਼ਰ ਨੂੰ ਨਹੀਂ ਦੇਵੇਗਾ,
ਵਚਨ ਨੂੰ ਨਹੀਂ ਦੇਵੇਗਾ ਉਹ ਕਿਸ ਤਰ੍ਹਾਂ ਸਿੱਖੇਗਾ। ਤੁਹਾਡੇ ਵਿੱਚ ਇੱਕ ਦੌੜ ਲੱਗੀ ਹੋਵੇ ਜਦੋਂ ਪਾਸਟਰ ਜੀ ਵਚਨ ਬੋਲਣ, ਤੁਹਾਡੇ ਵਿੱਚੋਂ ਜਲਦੀ ਜਲਦੀ ਖੋਲ ਕੇ ਪੜਨ ਵਾਲੇ ਹੋਣ। ਉੱਚੀ ਬੋਲੋ ਹਾਲੇਲੂਇਆ। ਮੈਂ ਦੇਖ ਰਿਹਾ ਸੀ ਜਦੋਂ ਤੁਸੀਂ ਆਰਾਧਨਾ ਕਰ ਰਹੇ ਸੀ, ਪ੍ਰਾਰਥਨਾ ਕਰ ਰਹੇ ਸੀ, ਕਿ ਇਸ ਤਰ੍ਹਾਂ ਬੈਠੇ ਸੀ ਜਿਵੇਂ ਪਤਾ ਹੀ ਨਹੀਂ ਕਿੰਨੇ ਕੁ ਦੁਖੀ ਹੈ। ਉਹਨਾਂ ਦੇ ਅੰਦਰ ਕੋਈ ਖੁਸ਼ੀ ਨਹੀਂ ਹੈ, ਉਹਨਾਂ ਦੇ ਅੰਦਰ ਕੋਈ ਆਨੰਦ ਨਹੀਂ ਹੈ ਕਿ ਮੈਂ ਅੱਜ ਐਤਵਾਰ ਦੀ ਬੰਦਗੀ ਤੇ ਹਾਂ। ਤੁਹਾਨੂੰ ਪਤਾ ਹੈ ਐਤਵਾਰ ਦਾ ਦਿਨ ਬਰਕਤ ਦਾ ਦਿਨ ਹੈ। ਉੱਚੀ ਬੋਲੋ ਹਾਲੇਲੂਇਆ। ਕਿਤੇ ਨਹੀਂ ਲਿਖਿਆ ਐਤਵਾਰ ਦਾ ਦਿਨ ਸੋਗ ਦਾ ਦਿਨ ਹੈ। ਐਤਵਾਰ ਦਾ ਦਿਨ ਬਰਕਤ ਦਾ ਦਿਨ ਹੈ, ਸ਼ਾਂਤੀ ਦਾ ਦਿਨ ਹੈ, ਖੁਸ਼ੀ ਦਾ ਦਿਨ ਹੈ। ਜਿਵੇਂ ਘਰੇ ਬੈਠੇ ਸੀ ਮੂੰਹ ਧੋ ਕੇ ਚਰਚ ਵਿੱਚ ਉਵੇਂ ਨਾ ਆਇਆ ਕਰੋ, ਤਿਆਰੀ ਨਾਲ ਆਇਆ ਕਰੋ। ਜਿੰਨੀ ਤਿਆਰੀ ਤੁਸੀਂ ਆਪਣੇ ਵਿਆਹਾਂ ਦੀ ਰੱਖਦੇ ਹੋ, ਜਿੰਨੀ ਤਿਆਰੀ ਤੁਸੀਂ ਜਨਮ ਦਿਨਾਂ ਦੀ ਰੱਖਦੇ ਹੋ, ਓਨੀ ਤਿਆਰੀ ਤੁਹਾਡੀ ਖਾਸ ਕਰਕੇ ਇਸ ਜਗ੍ਹਾ ਦੀ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਦੇਖੋ ਪਿੱਛੇ ਮੰਜਾ ਪਿਆ, ਪਿੱਛੇ ਮੋਟਰਸਾਈਕਲ ਖੜਾਇਆ ਹੋਇਆ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਚੱਪਲਾਂ ਦੀ ਇੱਕ ਅਲੱਗ ਜਗ੍ਹਾ ਹੋਣੀ ਚਾਹੀਦੀ ਹੈ। ਇਸ ਕਿਉਂਕਿ ਇਹ ਜੋ ਭਵਨ ਹੈ, ਜੋ ਤੁਸੀਂ ਬਰਾਂਡਾ ਬਣਾਇਆ ਹੋਇਆ, ਇਹ ਪਰਮੇਸ਼ਵਰ ਦੇ ਹਜ਼ੂਰੀ ਦੇ ਲਈ ਹੈ। ਇਹਨੂੰ ਆਪਣੇ ਕੰਮਾਂ ਲਈ, ਇਹਨੂੰ ਉਹਨਾਂ ਚੀਜ਼ਾਂ ਲਈ ਵਰਤੋ ਨਾ। ਅਗਰ ਤੁਸੀਂ ਵਰਤੋਗੇ ਵੀ, ਤੁਹਾਡੇ ਲਈ ਉਹ ਜਗ੍ਹਾ ਖਾਸ ਨਹੀਂ ਰਹਿ ਜਾਵੇਗੀ, ਉਹ ਆਮ ਰਹਿ ਜਾਵੇਗੀ। ਇੱਕ ਜਗ੍ਹਾ ਦੀ ਇੱਕ ਮਾਨ ਮਰਿਆਦਾ ਹੁੰਦੀ ਹੈ, ਉਸ ਮਾਨ ਮਰਿਆਦਾ ਨੂੰ ਰੱਖਣਾ ਹੈ, ਬਣਾ ਕੇ ਰੱਖਣਾ ਹੈ। ਉੱਚੀ ਬੋਲੋ ਹਾਲੇਲੂਇਆ। ਹਾਂਜੀ, ਪਹਿਲਾ ਸ਼ਮੂਏਲ 16:6। ਹਾਂਜੀ। ਅਜਿਹਾ ਹੋਇਆ ਜਦੋਂ ਆਏ ਤਾਂ ਉਸਨੇ ਅਲੀਆਬ ਨੂੰ ਦੇਖਿਆ ਅਤੇ ਬੋਲਿਆ, ਠੀਕ ਯਹੋਵਾ ਦੇ ਅੱਗੇ ਇਹ ਉਸ ਦਾ ਮਸੀਹ ਹੈ। ਮਸਾ ਹੈ। ਹਾਂਜੀ ਹਾਂਜੀ ਅੱਗੇ। ਪਰ ਯਹੋਵਾ ਨੇ ਸ਼ਮੂਏਲ ਨੂੰ ਆਖਿਆ, ਹਾਂਜੀ, ਉਸ ਦੇ ਮੂੰਹ ਉੱਤੇ ਅਤੇ ਉਸ ਦੀ ਇਸ ਜਗ੍ਹਾ ਤੇ ਪਰਮੇਸ਼ਵਰ ਦੇ ਦਾਸ ਅਲੱਗ-ਅਲੱਗ ਬੰਦਿਆਂ ਨੂੰ ਮਸਾ ਕਰ ਰਹੇ ਨੇ। ਜਦੋਂ ਤੁਸੀਂ ਇਸ ਜਗ੍ਹਾ ਤੇ ਦੇਖੋਗੇ, ਪਰਮੇਸ਼ਵਰ ਦੇ ਦਾਸ ਜਿਨ੍ਹਾਂ ਨੂੰ ਸ਼ਮੂਏਲ ਨੂੰ ਜਿਸ ਤਰ੍ਹਾਂ ਪਰਮੇਸ਼ਵਰ ਨੇ ਆਖਿਆ ਕਿ ਤੂੰ ਜਾ ਉਹਨਾਂ ਬੰਦਿਆਂ ਨੂੰ ਮਸਾ ਕਰ, ਜਿਹਨੂੰ ਮੈਂ ਤੈਨੂੰ ਕਹਿਣਾ ਉਸ ਬੰਦੇ ਨੂੰ ਮਸਾ ਕਰ। ਔਰ ਜਿਵੇਂ ਹੀ ਇਹ ਉਸ ਜਗ੍ਹਾ ਤੇ ਜਾਂਦਾ ਹੈ, ਉਸ ਜਗ੍ਹਾ ਤੇ ਕਾਫੀ ਲੜਕੇ ਬੈਠੇ ਹੋਏ ਨੇ। ਔਰ ਇਸ ਜਗ੍ਹਾ ਤੇ ਲਿਖਿਆ ਕਿ ਪਰਮੇਸ਼ਵਰ ਦੇ ਦਾਸ ਨੇ ਪਹਿਲਾ ਲੜਕਾ ਦੇਖਿਆ, ਅਲੀਆਬ ਦੇਖਿਆ, ਤਾਂ ਪਰਮੇਸ਼ਵਰ ਨੇ ਉਹਨੂੰ ਕਿਹਾ ਕਿ ਤੂੰ ਉਹਦੇ ਮੂੰਹ ਤੇ ਨਾ ਜਾ, ਤੂੰ ਉਹਦੇ ਫੇਸ ਤੇ ਨਾ ਜਾ, ਪਰ ਜਿਹਨੂੰ ਮੈਂ ਤੈਨੂੰ ਕਹਿਣਾ ਹਾਂ ਉਸੇ ਤੇ ਹੀ ਆਇਲ ਲਾਈ, ਉਸੇ ਤੇ ਹੀ ਤੇਲ ਲਾ ਕੇ ਉੱਤੇ ਪ੍ਰਾਰਥਨਾ ਕਰੀ, ਐਵੇਂ ਕਿਸੇ ਤੇ ਪ੍ਰਾਰਥਨਾ ਨਾ ਕਰੀ। ਅੱਗੇ ਨਮਾਨ ਵੱਲ ਨਾ ਵੇਖ, ਕਿਉਂ ਜੋ ਉਸ ਨੂੰ ਮੈਂ ਨਹੀਂ ਮੰਨਿਆ। ਯਹੋਵਾ ਨੇ ਮਨੁੱਖ ਵਾਂਗੂ ਨਹੀਂ ਵੇਖਦਾ। ਯਹੋਵਾ ਜੋ ਮਨੁੱਖ ਵਾਂਗੂ ਨਹੀਂ ਵੇਖਦਾ, ਮਨੁੱਖ ਦਾ ਬਾਹਰਲਾ ਰੂਪ ਵੇਖਦਾ ਹੈ, ਪਰ ਯਹੋਵਾ ਹਿਰਦੇ ਨੂੰ ਵੇਖਦਾ ਹੈ। ਬਾਈਬਲ 'ਚ ਲਿਖਿਆ ਹੈ ਪਰਮੇਸ਼ਵਰ ਸਾਡੇ ਬਾਹਰਲੇ ਮੂੰਹ ਨੂੰ ਨਹੀਂ ਦੇਖਦੇ, ਉਹ ਸਾਡੇ ਹਿਰਦੇ ਨੂੰ ਦੇਖਦੇ। ਇਸ ਜਗ੍ਹਾ ਤੇ ਖੁਦਾ ਦੇ ਖਾਦਮ ਪਰਮੇਸ਼ਵਰ ਦੇ ਕਹੇ ਅਨੁਸਾਰ ਉਸ ਜਗ੍ਹਾ ਤੇ ਜਾਂਦੇ ਨੇ, ਤੇ ਜਦੋਂ ਜਾਂਦੇ ਨੇ ਤਾਂ ਜਿਹਨੂੰ ਮਸਾ ਕਰਨਾ ਉਹ ਹਜੇ ਉੱਥੇ ਹੈ ਨਹੀਂਗਾ। ਉਹ ਬਾਹਰ ਭੇਡਾਂ ਬੱਕਰੀਆਂ ਚਾਰਨ ਗਿਆ ਹੋਇਆ, ਤੇ ਇਹ ਵਾਰੀ-ਵਾਰੀ ਸਾਰੇ ਭਰਾਵਾਂ ਨੂੰ ਵੇਖੀ ਜਾਂਦਾ ਹੈ। ਵੇਖ ਵੇਖ ਕੇ ਪ੍ਰਭੂ ਤੋਂ ਪੁੱਛੀ ਜਾਂਦਾ ਹੈ ਕਿ ਪ੍ਰਭੂ ਜੀ ਇਹ ਹੈ, ਕਿ ਪ੍ਰਭੂ ਜੀ ਉਹ ਹੈ। ਔਰ ਪਰਮੇਸ਼ਵਰ ਨਾਲ ਦੀ ਨਾਲ ਕਹਿ ਰਹੇ ਨੇ ਕਿ ਨਹੀਂ, ਆ ਵੀ ਨਹੀਂ ਹੈ, ਆ ਵੀ ਨਹੀਂ ਹੈ, ਆ ਵੀ ਨਹੀਂ। ਔਰ ਜਦੋਂ 10 ਵਿੱਚ ਪੜ੍ਹਦੇ ਹਾਂ ਤਾਂ ਉੱਥੇ ਲਿਖਿਆ, ਗੱਲ ਕਾਦੀ, ਯੱਸੀ ਨੇ ਆਪਣੇ 7 ਹੀ ਪੁੱਤਰਾਂ ਨੂੰ ਸ਼ਮੂਏਲ ਅੱਗੇ ਕਰ ਦਿੱਤਾ। ਸੋ ਸ਼ਮੂਏਲ ਨੇ ਯੱਸੀ ਨੂੰ ਆਖਿਆ, ਯਹੋਵਾ ਨੇ ਇਹਨਾਂ ਨੂੰ ਨਹੀਂ ਚੁਣਿਆ। ਪਰਮੇਸ਼ਵਰ ਕਹਿੰਦੇ ਨੇ ਸ਼ਮੂਏਲ ਦੇ ਦੁਆਰਾ ਯੱਸੀ ਨੂੰ ਕਿ ਜਿਹੜੇ 7 ਪੁੱਤਰ ਤੂੰ ਮੇਰੇ ਅੱਗੇ ਰੱਖੇ ਨੇ, ਇਹਨਾਂ ਨੂੰ ਪਰਮੇਸ਼ਵਰ ਕਹਿੰਦਾ ਮੈਂ ਨਹੀਂ ਚੁਣਿਆ। ਤੂੰ ਇਹਨਾਂ 7 ਨੂੰ ਜਿਹੜੇ ਉੱਚੇ ਲੰਬੇ ਚੌੜੇ ਵਧੀਆ ਜਵਾਨ, ਜਿਹਨਾਂ ਨੂੰ ਤੂੰ ਵਾਰੀ-ਵਾਰੀ ਮੇਰੇ ਅੱਗੇ ਲੈ ਕੇ ਆਈ ਜਾਂਦਾ, ਇਹਨਾਂ ਨੂੰ ਨਹੀਂ ਮੈਂ ਚੁਣਿਆ। ਫਿਰ ਯੱਸੀ ਨੇ ਸ਼ਮਾਂ ਨੂੰ ਅੱਗੇ ਕੀਤਾ, ਪਰ ਉਹ ਬੋਲਿਆ ਇਹਨੂੰ ਵੀ ਯਹੋਵਾ ਨੇ ਨਹੀਂ ਚੁਣਿਆ। ਗੱਲ ਕਾਦੀ, ਯੱਸੀ ਨੇ ਆਪਣੇ 7 ਹੀ ਪੁੱਤਰਾਂ ਨੂੰ ਸ਼ਮੂਏਲ ਅੱਗੇ ਕਰ ਦਿੱਤਾ ਸੀ। ਸੋ ਸ਼ਮੂਏਲ ਨੇ ਯੱਸੀ ਨੂੰ ਆਖਿਆ, ਯਹੋਵਾ ਨੇ ਇਹਨਾਂ ਨੂੰ ਨਹੀਂ ਚੁਣਿਆ। ਸ਼ਮੂਏਲ ਨੇ ਯੱਸੀ ਨੂੰ ਆਖਿਆ, ਤੇਰੇ ਸਭੇ ਪੁੱਤਰ ਇਹੋ ਹੀ ਹਨ। ਉਹ ਬੋਲਿਆ, ਸਭਨਾਂ ਨਾਲੋਂ ਨਿੱਕਾ ਅਜੇ ਰਹਿੰਦਾ ਹੈ, ਉਹ ਇੱਜੜ ਨੂੰ ਚਰਾਉਂਦਾ ਹੈ। ਤਾਂ ਸ਼ਮੂਏਲ ਨੇ ਯੱਸੀ ਨੂੰ ਆਖਿਆ,
ਉਹਨੂੰ ਸੱਦ ਘੱਲ, ਕਿਉਂ ਜੋ ਜਦ ਤੋੜੀ ਉਹ ਇੱਥੇ ਨਾ ਆਵੇਗਾ ਅਸੀਂ ਨਹੀਂ ਬੈਠਣਾ। ਸੋ ਉਸਨੇ ਸੱਦ ਭੇਜਿਆ ਅਤੇ ਉਹਨੂੰ ਅੰਦਰ ਲੈ ਆਇਆ। ਉਹ ਲਾਲ ਰੰਗ ਅਤੇ ਸੁੰਦਰ ਅੱਖੀਆਂ ਅਤੇ ਵੇਖਣ ਵਿੱਚ ਚੰਗਾ ਸੀ। ਅਤੇ ਯਹੋਵਾ ਨੇ ਆਖਿਆ, ਉੱਠ ਅਤੇ ਇਹਨੂੰ ਮਸਾ ਕਰ, ਕਿਉਂ ਜੋ ਇਹੋ ਹੀ ਹੈ। ਤਦ ਸ਼ਮੂਏਲ ਨੇ ਤੇਲ ਦਾ ਸਿੰਘ ਲੈ ਕੇ ਉਹਦੇ ਭਰਾਵਾਂ ਦੇ ਵਿੱਚ ਉਹਨੂੰ ਮਸਾ ਕੀਤਾ। ਅਤੇ ਉਸ ਦਿਨ ਤੋਂ ਯਹੋਵਾ ਦਾ ਆਤਮਾ ਸਦਾ ਦਾਊਦ ਉੱਤੇ ਆਉਂਦਾ ਰਿਹਾ। ਅਤੇ ਸ਼ਮੂਏਲ ਉੱਠ ਕੇ ਰਮਾ ਨੂੰ ਚਲਾ ਗਿਆ। ਉੱਚੀ ਬੋਲੋ ਹਾਲੇਲੂਇਆ। ਧਿਆਨ ਨਾਲ ਦੇਖੋ, ਇਸ ਜਗ੍ਹਾ ਤੇ ਇੱਕ ਪਰਮੇਸ਼ਰ ਦੇ ਦਾਸ ਨੇ, ਉਹਨਾਂ ਦੇ ਹੱਥ ਵਿੱਚ ਤੇਲ ਹੈ। ਉਹਨੇ 8 ਬੰਦਿਆਂ ਨੂੰ ਦੇਖਿਆ, 8 ਬੰਦਿਆਂ ਉੱਤੇ ਪਰਮੇਸ਼ਰ ਦੀ ਮਰਜ਼ੀ ਦੇ ਅਨੁਸਾਰ ਤੇਲ ਨਹੀਂ ਲਗਾਇਆ, ਪਰ ਜਿਹਦੇ ਉੱਤੇ ਪਰਮੇਸ਼ਰ ਨੇ ਕਿਹਾ ਸੀ ਇਹਦੇ ਉੱਤੇ ਤੇਲ ਡੋਲ, ਇਹਨੂੰ ਮਸਾ ਕਰ। ਅੱਜ ਪਰਮੇਸ਼ਰ ਨੇ ਤੁਹਾਨੂੰ ਅਤੇ ਮੈਨੂੰ ਆਪਣੇ ਲਹੂ ਡੋਲ ਕੇ ਸਾਨੂੰ ਚੁਣਿਆ ਹੈ। ਉੱਚੀ ਬੋਲੋ ਹਾਲੇਲੂਇਆ। ਤੁਹਾਨੂੰ ਪਤਾ ਹੈ, ਜਿਸ ਦਿਨ ਤੋਂ ਦਾਊਦ ਨੂੰ ਮਸਾ ਕਰ ਦਿੱਤਾ ਸੀ ਨਾ, ਇਸੇ ਦਾਊਦ ਤੇ ਉਸ ਦਿਨ ਤੋਂ ਮਸਾ ਖੜ ਗਿਆ ਸੀ। ਉਸ ਦਿਨ ਤੋਂ ਬਾਅਦ ਦਾਊਦ ਪਹਿਲਾਂ ਵਾਲਾ ਬੱਚਾ ਨਹੀਂ ਰਿਹਾ। ਬਾਈਬਲ 'ਚ ਲਿਖਿਆ ਇਹ ਸ਼ੇਰ ਅਤੇ ਭਾਲੂ ਨੂੰ ਮਾਰ ਦਿੰਦਾ ਸੀ। ਅਗਰ ਕੋਈ ਇਹਦੀਆਂ ਭੇਡ ਬੱਕਰੀਆਂ ਦੇ ਵੱਲ ਸ਼ੇਰ ਅਤੇ ਭਾਲੂ ਆਉਂਦਾ ਸੀ, ਇਹ ਉਹਨਾਂ ਨੂੰ ਹੱਥਾਂ ਨਾਲ ਫੜ ਕੇ ਮਾਰ ਦਿੰਦਾ ਸੀ, ਕਿਉਂਕਿ ਪਰਮੇਸ਼ਰ ਦੇ ਦਾਸ ਨੇ ਇਹਦੇ ਤੇ ਸਿਰ ਤੇ ਹੱਥ ਰੱਖ ਕੇ ਆਪਣਾ ਤੇਲ ਝੱਸ ਕੇ ਇਹਦੇ ਤੇ ਕੀ ਕੀਤੀ ਸੀ? ਪ੍ਰਾਰਥਨਾ ਕੀਤੀ ਸੀ। ਉੱਚੀ ਬੋਲੋ ਹਾਲੇਲੂਇਆ। ਅੱਜ ਜਦੋਂ ਪਰਮੇਸ਼ਰ ਤੁਹਾਡੇ ਤੇ ਆਪਣੇ ਦਾਸ ਦੇ ਦੁਆਰਾ ਸਿਰ ਤੇ ਹੱਥ ਰੱਖ ਕੇ ਪ੍ਰਾਰਥਨਾ ਕਰਦੇ ਨੇ, ਕੀ ਤੁਹਾਡੇ ਜੀਵਨ 'ਚ ਕੰਮ ਹੋ ਰਹੇ ਨੇ? ਦਾਊਦ ਦੀ ਜ਼ਿੰਦਗੀ ਬਦਲ ਗਈ। ਤੁਸੀਂ ਇਹ ਸੋਚੋ ਕਿ ਇੱਕ ਛੋਟਾ ਜਿਹਾ ਬੱਚਾ ਸ਼ੇਰ ਅਤੇ ਭਾਲੂ ਨੂੰ ਕਿੱਦਾਂ ਮਾਰ ਸਕਦਾ ਹੈ, ਪਰ ਜਦੋਂ ਪਰਮੇਸ਼ਰ ਦਾ ਮਸਾ ਕਿਸੇ ਬੰਦੇ ਤੇ ਹੁੰਦਾ ਹੈ, ਉਹ ਐਸੇ ਕੰਮ ਕਰ ਸਕਦਾ ਹੈ ਜਿਹੜੇ ਤੁਸੀਂ ਸੋਚ ਵੀ ਨਹੀਂ ਸਕਦੇ। ਬਾਈਬਲ 'ਚ ਲਿਖਿਆ ਅੱਗੇ ਜਾ ਕੇ, ਇਸੇ ਹੀ ਦਾਊਦ ਨੇ ਗੋਲੀਅਤ ਨੂੰ ਖਤਮ ਕੀਤਾ। ਕੋਈ ਦੱਸ ਸਕਦਾ ਹੈ ਗੋਲੀਅਤ ਨੂੰ ਕਿਵੇਂ ਮਾਰਿਆ? ਕਲੀਸਿਆ ਦੇ ਵਿੱਚੋਂ ਦਾਊਦ ਨੇ ਗੋਲੀਅਤ ਨੂੰ ਕਿਵੇਂ ਮਾਰਿਆ? ਕੋਈ ਦੱਸ ਸਕਦਾ ਹੈ ਜੀ? ਕਿਹਦੇ ਨਾਲ ਮਾਰਿਆ? ਕੋਈ ਦੱਸ ਸਕਦਾ ਹੈ? ਹੈ ਜੀ, ਗਲੇਲ ਨਾਲ ਕਿ ਪੱਥਰ ਨਾਲ? ਕੁਛ ਬੋਲੋ ਹਾਲੇਲੂਇਆ। ਗਲੇਲ ਦੇ ਵਿੱਚ ਪੱਥਰ ਪਾ ਕੇ, ਗਲੇਲ ਨੇ, ਤੁਸੀਂ ਵੇਖੋ ਵੀ ਤੁਸੀਂ ਗਲੇਲ ਨਾਲ ਕਿਸੇ ਨੂੰ ਬੰਦਾ ਮਾਰ ਦੋ? ਤੁਸੀਂ ਵੇਖੋ ਕਿਸੇ ਨੇ ਗਲੇਲ ਨਾਲ ਅੱਜ ਤੱਕ ਬੰਦਾ ਮਾਰਿਆ? ਮੇਰਾ ਕਹਿਣ ਦਾ ਮਤਲਬ ਤੁਸੀਂ ਆਪਣੀ ਜਗ੍ਹਾ ਤੇ ਸਹੀ ਹੋ। ਪੱਥਰ ਨਾਲ। ਉੱਚੀ ਬੋਲੋ ਹਾਲੇਲੂਇਆ। ਇੱਕ ਐਡੇ ਲੰਮੇ ਚੌੜੇ ਜ਼ਬਰਦਸਤ ਬੰਦੇ ਨੂੰ, ਜਿਹਨੇ ਪੂਰੇ ਇਸਰਾਇਲੀਆਂ ਵਿੱਚ ਭਾਜੜ ਪਾਈ ਹੋਈ ਹੈ, ਜੀ ਤੋਂ ਲੋਕ ਵੱਡੇ ਵੱਡੇ ਇਸਰਾਇਲ ਦੇ ਸੂਰਮੇ ਡਰਦੇ ਨੇ, ਇਹ ਛੋਟਾ ਜਿਹਾ ਬੰਦਾ ਆਇਆ, ਗਲੇਲ ਦੇ ਵਿੱਚ ਪੱਥਰ ਪਾਇਆ ਔਰ ਗੋਲੀਅਤ ਨੂੰ ਬਾਈਬਲ 'ਚ ਲਿਖਿਆ ਹੈ ਮਾਰ ਦਿੱਤਾ। ਜਦੋਂ ਪ੍ਰਭੂ ਦਾ ਮਸਾ, ਪ੍ਰਭੂ ਦਾ ਤੇਲ ਤੁਹਾਡੇ ਉੱਤੇ ਹੋਵੇਗਾ, ਤੁਸੀਂ ਇਹੋ ਜਿਹੇ ਗੋਲੀਅਤ ਵਰਗੇ ਸ਼ੈਤਾਨਾਂ ਨੂੰ ਮਾਰ ਦਿਓਗੇ। ਉੱਚੀ ਬੋਲੋ ਹਾਲੇਲੂਇਆ। ਵੱਡੇ ਵੱਡੇ ਸ਼ੈਤਾਨ ਤੁਹਾਡੇ ਹੱਥੋਂ ਖਤਮ ਹੋ ਜਾਣਗੇ। ਵੱਡੀਆਂ ਵੱਡੀਆਂ ਦੁਸ਼ਟ ਆਤਮਾਵਾਂ ਤੁਹਾਡੇ ਜੀਵਨ, ਤੁਹਾਡੇ ਦੁਆਰਾ ਲੋਕਾਂ ਦੇ ਜੀਵਨ ਚੋਂ ਨਿਕਲਣਗੀਆਂ। ਵੱਡੇ ਵੱਡੇ ਰੋਗ, ਵੱਡੀਆਂ ਵੱਡੀਆਂ ਬਿਮਾਰੀਆਂ ਤੁਹਾਡੇ ਪਿੰਡ ਚੋਂ, ਤੁਹਾਡੇ ਸ਼ਹਿਰ ਚੋਂ, ਤੁਹਾਡੇ ਆਲੇ ਦੁਆਲੇ, ਤੁਹਾਡੇ ਏਰੀਏ ਚੋਂ ਨਿਕਲਣਗੀਆਂ। ਪਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਮੇਰੇ ਭੈਣੋ ਤੇ ਭਰਾਓ, ਦਾਊਦ ਨੇ, ਜਿਹੜੇ ਇਹਦੇ ਦਾਸ ਨੇ ਇਹਦੇ ਤੇ ਹੱਥ ਰੱਖਿਆ ਸੀ, ਜਿਹੜੇ ਦੇ ਦਾਸ ਨੇ ਤੇ ਤੇਲ ਲਾਇਆ ਸੀ, ਉਹਦੀ ਕਦਰ ਕੀਤੀ, ਉਹਨੂੰ ਖਰਾਬ ਨਹੀਂ ਕੀਤਾ, ਬਲਕਿ ਉਹਦੇ ਵਿੱਚ ਲੱਗਿਆ ਰਿਹਾ। ਉੱਚੀ ਬੋਲੋ ਹਾਲੇਲੂਇਆ। ਬਾਈਬਲ 'ਚ ਲਿਖਿਆ ਕੁਝ ਸਮੇਂ ਬਾਅਦ ਦਾਊਦ ਰਾਜਾ ਬਣ ਗਿਆ। ਰਾਜਾ ਬਣਨ ਤੋਂ ਬਾਅਦ ਇਹ ਪਰਮੇਸ਼ਰ ਦੇ ਦਾਸ ਰਾਜਾ ਜਦੋਂ ਬਣ ਗਏ, ਬਾਈਬਲ 'ਚ ਲਿਖਿਆ ਇਹਨੇ ਇੱਕ ਗਲਤੀ ਕੀਤੀ। ਬਾਈਬਲ 'ਚ ਲਿਖਿਆ ਇਹਨੇ ਇੱਕ ਵਿਭਚਾਰ, ਇੱਕ ਔਰਤ ਨਾਲ ਵਿਭਚਾਰ ਕੀਤਾ। ਵਿਭਚਾਰ ਕਰਨ ਤੋਂ ਬਾਅਦ ਪਰਮੇਸ਼ਰ ਦਾ ਹੱਥ ਇਸ ਬੰਦੇ ਦੇ ਜੀਵਨ ਤੋਂ ਚਲਾ ਗਿਆ। ਇਸ ਨੇ ਪਰਮੇਸ਼ਰ ਦੇ ਸਾਹਮਣੇ ਰੋਣਾ ਔਰ ਕਰਲਾਉਣਾ ਸ਼ੁਰੂ ਕੀਤਾ। ਪਹਿਲਾਂ ਤੇ ਇਸਨੇ ਆਪਣੇ ਪਾਪ ਨੂੰ ਛਿਪਾਇਆ। ਬਾਈਬਲ 'ਚ ਲਿਖਿਆ ਜਿਸ ਤੀਵੀ ਦੇ ਨਾਲ ਇਹਨੇ ਗਲਤ ਕੰਮ ਕੀਤਾ, ਉਹਦੇ ਬੰਦੇ ਨੂੰ ਇਹਨੇ ਮਰਵਾ ਦਿੱਤਾ ਔਰ ਉਸ ਤੋਂ ਬਾਅਦ ਉਹ ਤੀਵੀ ਆਪਣੇ ਘਰੇ ਲੈ ਆਇਆ। ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਤੁਸੀਂ ਜਦੋਂ ਪਾਪ ਕਰਦੇ ਹੋ, ਜਦੋਂ ਪਰਮੇਸ਼ਰ ਦੇ ਹੁਕਮ ਨੂੰ ਤੋੜਦੇ ਹੋ, ਜਦੋਂ ਤੁਸੀਂ ਗੁਨਾਹਗਾਰ ਹੁੰਦੇ ਹੋ, ਤੁਸੀਂ ਜਿਸ ਤਰ੍ਹਾਂ ਸ਼ੁਰੂ ਤੋਂ ਵਚਨ ਸੀ, ਜਿਸ ਤਰ੍ਹਾਂ ਤੇਲ ਦੇ ਵਿੱਚ ਮਰੀਆਂ ਮੱਖੀਆਂ ਤੇਲ ਨੂੰ ਖਰਾਬ ਕਰ ਦਿੰਦੀਆਂ, ਇਹ ਜੇ ਗੰਦੇ ਕੰਮ ਸਾਡੇ ਮਸੇ ਨੂੰ, ਸਾਡੀ ਸੇਵਕਾਈ ਨੂੰ, ਸਾਡੀ ਡਿਊਟੀ ਨੂੰ, ਸਾਡੇ ਪਰਿਵਾਰ ਨੂੰ, ਸਾਡੇ ਬੱਚਿਆਂ ਨੂੰ, ਸਾਡੇ ਕੰਮਕਾਰ ਨੂੰ, ਇੱਥੇ ਤੱਕ ਸਾਡੀ ਸਿਹਤ ਨੂੰ ਵੀ ਕੀ ਕਰ ਦਿੰਦੇ ਨੇ? ਖਰਾਬ ਕਰ ਦਿੰਦੇ।
ਉੱਚੀ ਬੋਲੋ ਹਾਲੇਲੂਇਆ। ਜਦੋਂ ਤੱਕ ਪਰਮੇਸ਼ਰ ਦਾ ਹੱਥ, ਪਰਮੇਸ਼ਰ ਦਾ ਮਸਾ ਉਸ ਮੁੰਡੇ ਦੇ ਨਾਲ ਸੀ, ਉਹਨੇ ਸ਼ੇਰ ਦੇ ਭਾਲੂ ਤੱਕ ਨੂੰ ਖਤਮ ਕਰ ਦਿੱਤਾ। ਉਹਨੇ ਗੋਲੀਅਤ ਵਰਗੇ ਨੂੰ ਗਲੇਲ ਦੇ ਵਿੱਚ ਪੱਥਰ ਪਾ ਕੇ ਮਾਰ ਦਿੱਤਾ। ਪਰ ਜਿਵੇਂ ਹੀ ਇਸੇ ਦਾਊਦ ਨੇ ਪਾਪ ਕੀਤਾ, ਇੱਕ ਔਰਤ ਦੇ ਨਾਲ ਪਾਪ ਕੀਤਾ, ਪਰਮੇਸ਼ਰ ਦਾ ਇਹ ਗੁਨਾਹਗਾਰ ਬਣਿਆ, ਉਹ ਮਸਾ ਉਹਦੇ ਜੀਵਨ ਚੋਂ ਕੱਟ ਗਿਆ। ਉਹ ਪਵਿੱਤਰ ਆਤਮਾ ਜਿਸ ਦੇ ਬਾਰੇ ਕਹਿ ਰਿਹਾ ਕਿ ਹੈ ਪਰਮੇਸ਼ਰ ਮੇਰੇ ਤੋਂ ਆਪਣਾ ਆਤਮਾ ਨਾ ਦੂਰ ਕਰ। ਇਹ ਦਾਊਦ ਦੀ ਪ੍ਰਾਰਥਨਾ ਹੈ ਭਜਨ ਸੰਹਿਤਾ ਦੇ ਵਿੱਚ। ਇਹ ਕਦੋਂ ਦੀ ਪ੍ਰਾਰਥਨਾ ਹੈ? ਜਦੋਂ ਦਾਊਦ ਪਾਪ ਕਰਨ ਤੋਂ ਬਾਅਦ ਪਰਮੇਸ਼ਰ ਦੇ ਅੱਗੇ ਕੀ ਕਰ ਰਿਹਾ? ਪ੍ਰਾਰਥਨਾ ਕਰ ਰਿਹਾ। ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਜਿਸ ਦਿਨ ਇਸ ਬੰਦੇ ਨੇ ਪਾਪ ਕੀਤਾ, ਬਾਈਬਲ 'ਚ ਲਿਖਿਆ ਹੈ ਦਾਊਦ ਐਸਾ ਬੰਦਾ ਸੀ ਕਿ ਦਿਨ 'ਚ 7 ਟਾਈਮ ਪ੍ਰਾਰਥਨਾ ਕਰਦਾ ਸੀ। ਕਿੰਨੇ ਟਾਈਮ? 7 ਔਰ ਉਸ ਤੋਂ ਬਾਅਦ ਲਿਖਿਆ ਕਿ ਫਿਰ 3 ਟਾਈਮ ਪ੍ਰਾਰਥਨਾ ਕਰਨ ਲੱਗ ਗਿਆ। ਔਰ ਜਿਨ੍ਹਾਂ ਦਿਨਾਂ ਦੇ ਵਿੱਚ ਇਸਨੇ ਪਾਪ ਕੀਤਾ, ਇਹਦਾ ਪ੍ਰਾਰਥਨਾ ਜੀਵਨ ਉਹਨਾਂ ਦਿਨਾਂ 'ਚ ਖਤਮ ਹੋ ਚੁੱਕਿਆ ਸੀ। ਜੋ ਸਮਾਂ ਸੀ ਉੱਥੇ ਲਿਖਿਆ ਕਿ ਵੇਲਾ ਇਹ ਫ੍ਰੀ ਹੋ ਕੇ ਆਪਣੇ ਮਹਿਲ ਦੀ ਛੱਤ ਦੇ ਉੱਤੇ ਘੁੰਮ ਰਿਹਾ ਸੀ। ਔਰ ਜਦੋਂ ਵੇਲਾ ਸੀ, ਫ੍ਰੀ ਸੀ, ਪ੍ਰਾਰਥਨਾ ਦਾ ਕੋਈ ਸਿਸਟਮ ਨਹੀਂ ਹੈ, ਪ੍ਰਭੂ ਦਾ ਕੋਈ ਸਿਸਟਮ ਨਹੀਂ ਹੈ। ਸ਼ਾਇਦ ਪ੍ਰਭੂ ਤੋਂ ਉਹਨਾਂ ਦਿਨਾਂ 'ਚ ਸ਼ਾਇਦ ਇਹਦੀ ਪ੍ਰਾਰਥਨਾ ਘਟ ਚੁੱਕੀ ਹੋਵੇਗੀ। ਜਿਨ੍ਹਾਂ ਦਿਨਾਂ 'ਚ ਰਾਜੇ ਲੜਾਈ ਕਰਦੇ ਸੀ, ਉਹਨਾਂ ਦਿਨਾਂ 'ਚ ਲੜਾਈ ਕਰਨ ਵੀ ਨਹੀਂ ਗਿਆ। ਇਹ ਆਪਣੇ ਮਹਿਲ ਦੇ ਵਿੱਚ ਵਿਹਲਾ ਬੈਠਾ ਹੋਇਆ। ਤਾਂ ਲਿਖਿਆ ਕਿ ਜਦੋਂ ਛੱਤ ਦੇ ਉੱਪਰ ਗਿਆ ਤਾਂ ਉਸਨੇ ਇੱਕ ਤੀਵੀਂ ਨੂੰ ਨਹਾਉਂਦੇ ਦੇਖਿਆ। ਔਰ ਜਦੋਂ ਉਸ ਤੀਵੀਂ ਨੂੰ ਇਹਨੇ ਨਹਾਉਂਦੇ ਦੇਖਿਆ, ਬਾਈਬਲ 'ਚ ਲਿਖਿਆ ਉਸ ਤੀਵੀਂ ਨੂੰ ਇਹਨੇ ਆਪਣੇ ਘਰ ਦੇ ਅੰਦਰ, ਮਹਿਲ ਦੇ ਅੰਦਰ ਬੁਲਾਇਆ। ਉਸ ਦੇ ਨਾਲ ਵਿਵਚਾਰ ਕਰਕੇ ਉਸ ਤੋਂ ਬਾਅਦ ਉਸ ਦੇ ਘਰ ਵਾਲੇ ਨੂੰ ਇਹਨੇ ਕੀ ਕਰ ਦਿੱਤਾ? ਮਰਵਾ ਦਿੱਤਾ। ਔਰ ਬਾਈਬਲ 'ਚ ਲਿਖਿਆ ਹੈ ਕਿ ਸਭ ਚੀਜ਼ਾਂ ਯਹੋਵਾ ਪਰਮੇਸ਼ਰ ਨੂੰ ਕੀ ਲੱਗੀਆਂ? ਬੁਰੀਆਂ ਲੱਗੀਆਂ। ਜਦੋਂ ਅਸੀਂ ਖੁਦਾ ਦੇ ਖਾਦਮ ਦੇ ਮਾਂ-ਬਾਪ, ਭੈਣ-ਭਰਾ, ਇੱਕ ਪਾਸਟਰ ਦੀ ਪਤਨੀ ਹੋ ਕੇ, ਵਲੰਟੀਅਰ ਟੀਮ ਚਰਚ ਹੋ ਕੇ ਪ੍ਰਭੂ ਦੇ ਨਾਮ ਦੀ ਬਦਨਾਮੀ ਕਰਦੇ ਹਾਂ, ਪ੍ਰਭੂ ਸਾਡੇ ਤੇ ਦੁਖੀ ਹੁੰਦੇ। ਪਿਛਲੇ ਦਿਨਾਂ ਦੇ ਵਿੱਚ ਇੱਕ ਚਰਚ ਦੇ ਵਿੱਚ ਇੱਕ ਲੜਕੀ ਨੇ ਬਹੁਤ ਬੁਰਾ ਕੰਮ ਕੀਤਾ। ਉਹ ਬੁਰਾ ਕੰਮ ਕਰਨ ਤੋਂ ਬਾਅਦ ਉਹਦੀ ਗੱਲ ਸਾਰੇ ਉਸ ਏਰੀਆ ਦੇ ਵਿੱਚ, ਉਸ ਇਲਾਕੇ 'ਚ ਫੈਲ ਗਈ। ਕੁਝ ਵਿਸ਼ਵਾਸੀ ਲੋਕਾਂ ਨੂੰ ਵੀ ਪਤਾ ਲੱਗਿਆ ਔਰ ਉਹ ਬੜੇ ਦੁਖੀ ਹੋਏ। ਉਹਨਾਂ ਦੇ ਦਿਲ ਟੁੱਟ ਗਏ। ਕਈਆਂ ਨੇ ਤਾਂ ਇਹ ਡਿਸਾਈਡ ਹੀ ਕਰ ਲਿਆ ਕਿ ਨਹੀਂ, ਅੱਜ ਤੋਂ ਬਾਅਦ ਅਸੀਂ ਚਰਚ ਨਹੀਂ ਜਾਵਾਂਗੇ ਅਗਰ ਇਹ ਕੁਝ ਹੁੰਦਾ ਹੈ ਤਾਂ। ਹੁਣ ਤੁਸੀਂ ਦੇਖੋ, ਅਸੀਂ ਦੂਜਿਆਂ ਨੂੰ ਬਚਾਉਣ ਦਾ ਕਾਰਨ ਬਣ ਰਹੇ ਕਿ ਦੂਜੇ ਦੇ ਨਾਸ਼ ਦਾ ਕਾਰਨ ਬਣ ਰਹੇ ਹਾਂ। ਅਗਰ ਸਾਡੇ ਕਿਸੇ ਪਾਪ ਕਰਕੇ, ਸਾਡੇ ਕਿਸੇ ਐਸੇ ਜੀਵਨ ਕਰਕੇ ਅਗਰ ਕੋਈ ਪਵਿੱਤਰਤਾ 'ਚ ਚੱਲ ਰਿਹਾ ਸੀ, ਕੋਈ ਪ੍ਰਾਰਥਨਾ ਕਰ ਰਿਹਾ ਸੀ, ਕੋਈ ਸਾਡੇ ਤੇ ਆਸ ਰੱਖ ਕੇ ਸਾਡੇ ਤੋਂ ਦੁਆਵਾਂ ਕਰਵਾ ਰਿਹਾ ਸੀ, ਔਰ ਅਗਰ ਉਹਨਾਂ ਨੂੰ ਇਹ ਚੀਜ਼ਾਂ ਪਤਾ ਲੱਗਦੀਆਂ ਨੇ ਕਿ ਇਹ ਖੁਦ ਹੀ ਚੋਰੀ ਕਰਦੇ ਨੇ, ਇਹ ਖੁਦ ਹੀ ਐਤਵਾਰ ਨੂੰ ਸਹੀ ਨਹੀਂ ਚੱਲਦੇ, ਇਹ ਖੁਦ ਹੀ ਆਪਣਾ ਬੀਜ ਨਹੀਂ ਪਾਉਂਦੇ, ਇਹ ਖੁਦ ਹੀ ਇਹ ਚੀਜ਼ ਨਹੀਂ ਕਰਦੇ, ਤੁਸੀਂ ਉਹਨਾਂ ਦੇ ਲਈ ਅੱਛੀ ਗਵਾਹੀ ਨਹੀਂ ਹੋ। ਤੁਸੀਂ ਆਪਣੇ ਰਿਸ਼ਤੇਦਾਰਾਂ ਦੇ ਲਈ ਅੱਛੀ ਗਵਾਹੀ ਨਹੀਂ ਹੋ। ਤੁਸੀਂ ਆਪਣੇ ਭੈਣ ਭਰਾਵਾਂ ਲਈ ਅੱਛੀ ਗਵਾਹੀ ਨਹੀਂ ਹੋ। ਤੁਸੀਂ ਆਪਣੇ ਰਿਸ਼ਤੇਦਾਰਾਂ ਦੇ ਲਈ ਅੱਛੀ ਗਵਾਹੀ ਨਹੀਂ ਹੋ। ਇਸ ਲਈ ਮੈਂ ਤੁਹਾਨੂੰ ਕਹਿਣਾ ਚਾਹਾਂਗਾ, ਜਿਹੜਾ ਮਸਾ, ਜਿਹੜੀ ਕਿਰਪਾ, ਜਿਹੜਾ ਆਇਲ ਪਰਮੇਸ਼ਰ ਨੇ ਤੁਹਾਡੇ ਸਿਰ ਤੇ ਰੱਖਿਆ ਹੈ, ਮੇਰੀ ਬੇਨਤੀ ਆ ਉਹਨੂੰ ਵੇਸਟ ਨਾ ਕਰੋ, ਉਹਨੂੰ ਬਰਬਾਦ ਨਾ ਕਰੋ। ਉੱਚੀ ਬੋਲੋ ਹਾਲੇਲੂਇਆ। ਤੁਹਾਨੂੰ ਪਤਾ, ਪਾਪ ਕਰਨ ਤੋਂ ਬਾਅਦ ਪਰਮੇਸ਼ਰ ਨੇ ਦਾਊਦ ਨੂੰ ਸਜ਼ਾ ਦਿੱਤੀ। ਬਾਈਬਲ 'ਚ ਲਿਖਿਆ ਉਹ ਦਰ-ਦਰ ਫਿਰਦਾ ਰਿਹਾ। ਉਸ ਦੇ ਰਾਜ ਦੇ ਵਿੱਚ ਬੜੇ ਵਿਰੋਧੀ ਹੋ ਗਏ, ਬੜੇ ਬੰਦੇ ਖੜੇ ਹੋ ਗਏ। ਇਸੇ ਹੀ ਪਾਪ ਕਰਕੇ ਪਰਮੇਸ਼ਰ ਨੇ ਦਾਊਦ ਨੂੰ ਕਿਹਾ ਕਿ ਤੂੰ ਮੇਰਾ ਮਹਿਲ ਨਹੀਂ ਬਣਾਵੇਂਗਾ, ਤੂੰ ਮੇਰਾ ਮਹਿਲ ਨਹੀਂ ਬਣਾਵੇਂਗਾ, ਕਿਉਂਕਿ ਤੇਰੇ ਹੱਥ ਪਾਪ ਨਾਲ ਕੀ ਨੇ? ਰੰਗੇ ਹੋਏ ਨੇ। ਅਸੀਂ ਜਦੋਂ ਪਾਪ ਕਰਦੇ ਹਾਂ, ਗੁਨਾਹ ਕਰਦੇ ਹਾਂ, ਗਲਤੀਆਂ ਕਰਦੇ ਹਾਂ, ਚੋਰੀਆਂ ਕਰਦੇ ਹਾਂ, ਨਸ਼ੇ ਕਰਦੇ ਹਾਂ, ਫਰੇਬ ਕਰਦੇ ਹਾਂ, ਝੂਠ ਕਰਦੇ ਹਾਂ, ਕੁਝ ਵੀ ਅਸੀਂ ਕਰਦੇ, ਅਸੀਂ ਸੋਚਦੇ ਹਾਂ ਕਿ ਚਲੋ ਪਰਮੇਸ਼ਰ ਦੀ ਕਿਹੜਾ ਦੇਖ ਰਹੇ ਨੇ। ਪਰਮੇਸ਼ਰ ਜੀ, ਮੈਂ ਤੁਹਾਨੂੰ ਦੱਸਾਂ, ਪਰਮੇਸ਼ਰ ਤੁਹਾਡੇ ਹਰ ਇੱਕ ਕੰਮ ਦਾ ਹਿਸਾਬ ਕਿਤਾਬ
ਇੱਕੇ ਦਮ ਨਹੀਂ ਕਰਦੇ, ਉਹ ਕੁਝ ਸਮੇਂ ਬਾਅਦ ਕਰਦੇ ਨੇ। ਪਰ ਤੁਹਾਡੇ ਹਰ ਇੱਕ ਕੰਮ ਦਾ ਹਿਸਾਬ ਕਿਤਾਬ ਪਰਮੇਸ਼ਵਰ ਜੀ ਨੇ ਕਰਨਾ ਹੈ। ਇਸ ਲਈ ਮੈਂ ਤੁਹਾਨੂੰ ਕਹਿਣਾ ਚਾਹਾਂਗਾ, ਮੇਰੇ ਭੈਣੋ ਤੇ ਭਰਾਓ, ਆਪਣੀ ਰਾਖੀ ਕਰੋ, ਆਪਣੀ ਚੌਕਸੀ ਕਰੋ, ਆਪਣੇ ਆਇਲ ਦੀ ਰਾਖੀ ਕਰੋ। ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਾਡੇ ਜੀਵਨ ਨੂੰ ਖਰਾਬ ਕਰਦੀਆਂ ਨੇ, ਉਹਨਾਂ ਚੀਜ਼ਾਂ ਦੇ ਵੱਲ ਅਸੀਂ ਥੋੜਾ ਜਿਹਾ ਧਿਆਨ ਕਰਾਂਗੇ। ਪਹਿਲੀ ਚੀਜ਼, ਪ੍ਰਾਰਥਨਾ ਨਾ ਕਰਨਾ। ਅਗਰ ਤੁਸੀਂ ਅੱਜ ਇਸ ਦਰੀ ਤੇ ਬੈਠੇ ਹੋ ਔਰ ਪੂਰਾ ਹਫਤਾ ਤੁਸੀਂ ਪ੍ਰਾਰਥਨਾ ਨਹੀਂ ਕਰਦੇ, ਤੇ ਮੈਂ ਤੁਹਾਨੂੰ ਦੱਸਾਂ, ਵਚਨ 'ਚ ਲਿਖਿਆ, ਜਿਹੜਾ ਪ੍ਰਾਰਥਨਾ ਨਹੀਂ ਕਰਦਾ ਉਹ ਪਾਪ ਕਰਦਾ ਹੈ। ਇਸ ਲਈ ਪਹਿਲਾ ਪਾਪ ਤੁਸੀਂ ਇੱਥੇ ਕਰਕੇ ਬੈਠੇ ਹੋ ਕਿ ਤੁਸੀਂ ਪ੍ਰਾਰਥਨਾ ਹੀ ਨਹੀਂ ਕਰਦੇ। ਇਹ ਚੀਜ਼ਾਂ ਸਾਡੇ ਮਸੇ ਨੂੰ, ਸਾਡੀ ਕਾਲਿੰਗ ਨੂੰ, ਸਾਡੇ ਆਇਲ ਨੂੰ, ਸਾਡੇ ਜੀਵਨ ਨੂੰ ਪਰਮੇਸ਼ਰ ਚੋਂ ਘਟਾ ਦਿੰਦੀਆਂ ਨੇ। ਦੂਸਰਾ ਹੈ ਝੂਠਾ ਜੀਵਨ। ਝੂਠਾ ਜੀਵਨ ਦਾ ਮਤਲਬ ਕੀ ਹੈ? ਵੇਖਣ 'ਚ ਮੈਂ ਲੱਗਦਾ ਕਿ ਮੈਂ ਬੜਾ ਆਤਮਿਕ ਹਾਂ, ਵੇਖਣ 'ਚ ਮੈਂ ਲੱਗਦਾ ਕਿ ਮੈਂ ਬੜੀ ਬਾਈਬਲ ਪੜ੍ਹਦਾ, ਵੇਖਣ 'ਚ ਮੈਂ ਲੱਗਦਾ ਕਿ ਸ਼ਾਇਦ ਮੈਂ ਬੜੇ ਵਧੀਆ ਭਜਨ ਗਾਉਣਾ ਹਾਂ, ਮੈਂ ਤਾਂ ਪਾਸਟਰ ਦੀ ਵਾਈਫ ਹਾਂ, ਮੈਂ ਤਾਂ ਪਾਸਟਰ ਦੀ ਮੰਮੀ ਹਾਂ, ਮੈਂ ਪਾਸਟਰ ਦਾ ਡੈਡੀ ਹਾਂ, ਮੈਂ ਤਾਂ ਆਹ ਚਰਚ ਜਾਣਾ, ਮੈਂ ਉਹ ਚਰਚ ਜਾਣਾ। ਇਹ ਝੂਠਾ ਜੀਵਨ ਲੈ ਕੇ ਜਿਹੜੇ ਵੀ ਪ੍ਰਭੂ 'ਚ ਜੀਂਦੇ ਨੇ, ਉਹਨਾਂ ਦੇ ਜੀਵਨ 'ਚ ਕਦੇ ਵੀ ਮਸਾ ਨਹੀਂ ਹੁੰਦਾ। ਤੀਸਰਾ ਹੈ ਆਪਵਿੱਤਰਤਾਈ। ਜਿਹੜਾ ਇਨਸਾਨ ਮੋਬਾਈਲ ਤੇ ਗੰਦੀਆਂ ਚੀਜ਼ਾਂ ਦੇਖਦਾ ਹੈ, ਮੂੰਹ ਚੋਂ ਗੰਦੇ ਸ਼ਬਦ, ਗਾਲਾਂ, ਗੰਦੀਆਂ ਗੱਲਾਂ ਸੁਣਦਾ ਜਾਂ ਬੋਲਦਾ ਹੈ, ਗਲਤ ਰਿਲੇਸ਼ਨਸ, ਜਿਹੜੀਆਂ ਚੀਜ਼ਾਂ ਸਾਨੂੰ ਪਵਿੱਤਰਤਾਈ ਤੋਂ ਦੂਰ ਕਰਦੀਆਂ ਨੇ, ਉਹ ਚੀਜ਼ਾਂ ਸਾਡੇ ਆਇਲ ਨੂੰ, ਸਾਡੇ ਅਭਿਸ਼ੇਕ ਨੂੰ, ਸਾਡੇ ਮੱਸੇ ਨੂੰ, ਸਾਡੇ ਜੀਵਨ ਚੋਂ ਕੀ ਕਰਦੀਆਂ ਨੇ? ਘਟਾ ਦਿੰਦੀਆਂ ਨੇ। ਉੱਚੀ ਬੋਲੋ ਹਾਲੇਲੂਇਆ। ਕਿਹੜੀਆਂ ਗੱਲਾਂ ਸੀ? ਪਹਿਲੀ ਚੀਜ਼ ਕਿਹੜੀ ਸੀ? ਪ੍ਰਾਰਥਨਾ ਨਾ ਕਰਨਾ। ਪ੍ਰਾਰਥਨਾ ਨਾ ਕਰਨਾ। ਦੂਸਰੀ ਚੀਜ਼ ਕਿਹੜਾ ਜੀਵਨ? ਧੋਖੇ ਵਾਲਾ ਜੀਵਨ। ਕਿਹੜਾ ਜੀਵਨ? ਧੋਖੇ ਵਾਲਾ ਜੀਵਨ। ਕਿਹੜਾ ਜੀਵਨ ਹੁੰਦਾ ਜੀ? ਜਿਹੜਾ ਵੇਖਣ 'ਚ ਤਾਂ ਲੱਗੇ ਕਿ ਬੜਾ ਆਤਮਿਕ ਹੈ, ਬੜੀ ਪ੍ਰਾਰਥਨਾ ਹੈ। ਸਾਡੀ ਜਿੱਦਾਂ ਜਦਾਈ ਇਹ ਹੈਗੀ ਹੈ ਕਿ ਮੈਨੂੰ ਕੋਈ ਡਿਊਟੀ ਦਿੱਤੀ ਜਾਵੇ, ਸਾਡੀ ਜਿੱਦਾਂ ਜਦਾਈ ਹੈ ਕਿ ਮੈਨੂੰ ਆਰਾਧਨਾ ਲਈ ਕਿਹਾ ਜਾਵੇ, ਮੈਨੂੰ ਆਹ ਕਰਾਂ। ਸੇ ਰੀਸ ਬੜੀ ਦੂਸਰੇ ਬੰਦੇ ਦੀ ਕਰਦੇ ਆ। ਪਰ ਮੈਂ ਤੁਹਾਨੂੰ ਕਹਿਣਾ ਚਾਹਾਂਗਾ, ਪਹਿਲਾਂ ਆਪਣੇ ਜੀਵਨ ਵੱਲ ਦੇਖੋ ਕਿ ਜੀਵਨ 'ਚ ਪਵਿੱਤਰਤਾ ਹੀ ਹੈ, ਕਿ ਜੀਵਨ 'ਚ ਆਗਿਆਕਾਰੀ ਹੈ, ਕਿ ਜੀਵਨ 'ਚ ਪਰਮੇਸ਼ਵਰ ਦਾ ਡਰ ਹੈ। ਜੇ ਡਰ ਨਹੀਂ ਹੈ ਤੇ ਗੱਲ ਯਾਦ ਰੱਖਿਓ, ਦੋਗਲੀ ਜ਼ਿੰਦਗੀ ਜੀ ਰਹੇ ਹੋ। ਤਵੇ ਦੇ ਦੋ ਮੂੰਹ ਹੁੰਦੇ ਆ। ਕਿੰਨੇ ਮੂੰਹ ਹੁੰਦੇ ਆ ਤਵੇ ਦੇ? ਤੇ ਵਰਤਿਆ ਕਿਹੜਾ ਜਾਂਦਾ? ਹਾਂਜੀ, ਹਾਂ, ਉੱਚੀ ਬੋਲੋ ਹਾਲੇਲੂਇਆ। ਅੱਜ ਇਨਸਾਨ ਦੇ ਵੀ ਦੋ ਮੂੰਹ ਨੇ। ਕਈ ਦੋ ਮੂੰਹ ਨਾਲ ਜੀ ਰਹੇ ਨੇ, ਤਵੇ ਵਾਂਗੂ। ਤੇ ਮੈਂ ਤੁਹਾਨੂੰ ਦੱਸਾਂ, ਤਵੇ ਵਾਲੀ ਜ਼ਿੰਦਗੀ ਨਾ ਜੀਓ। ਇੱਕੋ ਮੂੰਹ ਰੱਖੋ, ਪ੍ਰਭੂ ਵਾਲਾ ਰੱਖੋ। ਉੱਚੀ ਬੋਲੋ ਹਾਲੇਲੂਇਆ। ਉੱਚੀ ਬੋਲੋ ਹਾਲੇਲੂਇਆ। ਜਦੋਂ ਤੁਸੀਂ ਪਾਪ 'ਚ ਜਾਂਦੇ ਹੋ, ਪ੍ਰਾਰਥਨਾ 'ਚ ਘਟਦੇ ਹੋ, ਪ੍ਰਭੂ 'ਚ ਘਟਦੇ ਹੋ, ਪ੍ਰਭੂ ਦੀ ਕਿਰਪਾ ਤੁਹਾਡੇ ਤੇ ਘਟਦੀ ਜਾਂਦੀ ਹੈ। ਜਦੋਂ ਤੁਹਾਡੇ ਤੇ ਪ੍ਰਭੂ ਦੀ ਕਿਰਪਾ ਘਟੇਗੀ, ਨਿਸ਼ਾਨੀਆਂ ਨੇ ਤੁਹਾਡੇ ਘਰ ਦੀਆਂ, ਲਿਖ ਲਓ। ਜਿਹੜੇ ਘਰ ਦੇ ਉੱਤੇ ਪ੍ਰਭੂ ਦੀ ਕਿਰਪਾ ਨਹੀਂ ਹੋਵੇਗੀ, ਔਰ ਉਸ ਵਚਨ 'ਚ ਲਿਖਿਆ, ਉਸ ਘਰ ਦਾ ਹਾਲ ਬੁਰਾ ਹੀ ਹੁੰਦਾ, ਹਾਲ ਬੁਰਾ ਹੁੰਦਾ। ਅੱਜ ਲੋਕ ਕਹਿੰਦੇ ਨੇ, ਪਾਸਟਰ ਜੀ ਪ੍ਰਾਰਥਨਾ ਕਰ ਦਿਓ, ਘਰ ਦਾ ਹਾਲ ਬੁਰਾ ਹੀ ਹੁੰਦਾ ਜਾਂਦਾ। ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਪ੍ਰਾਰਥਨਾ ਦੀ ਲੋੜ ਨਹੀਂ ਹੈ। ਮੈਂ ਕਹਿਣਾ ਤੁਹਾਡੇ ਤੇ ਪ੍ਰਭੂ ਦੀ ਕਿਰਪਾ ਦੀ ਲੋੜ ਹੈ, ਕਿਉਂਕਿ ਜਿਹੜੀ ਕਿਰਪਾ ਸੀ ਉਹ ਚਲੀ ਗਈ। ਜੋ ਘਰ ਦਾ ਹਾਲ ਬੁਰਾ ਹੁੰਦਾ ਜਾਵੇ, ਕਰਜ਼ਿਆਂ ਨੇ ਤੁਹਾਨੂੰ ਘੇਰਿਆ ਹੋਇਆ, ਪ੍ਰਾਰਥਨਾ ਜੀਵਨ ਬੰਦ ਹੋ ਚੁੱਕਿਆ, ਨਸ਼ੇ ਔਰ ਲੜਾਈ ਝਗੜੇ ਤੁਹਾਡੇ ਜੀਵਨ 'ਚ ਆ ਚੁੱਕੇ ਨੇ, ਤਾਂ ਪ੍ਰਭੂ ਦੀ ਕਿਰਪਾ ਤੁਹਾਡੇ ਤੋਂ, ਪ੍ਰਭੂ ਦਾ ਹੱਥ ਤੁਹਾਡੇ ਤੋਂ ਕੀ ਹੋ ਚੁੱਕਿਆ? ਉੱਠ ਚੁੱਕਿਆ। ਅਗਰ ਕੋਈ ਇਨਸਾਨ ਇਸ ਛੱਤ ਤੇ ਬੈਠਾ ਹੈ, ਛੱਤ ਥੱਲੇ ਬੈਠਿਆ ਸੀ, ਅਗਰ ਕਿਸੇ ਨੂੰ ਅਸੀਂ ਛੱਤ ਤੇ ਬਾਹਰ ਵਧਾ ਦਈਏ, ਉਸ ਨੂੰ ਧੁੱਪ ਲੱਗੇਗੀ ਕਿ ਨਹੀਂ ਲੱਗੇਗੀ? ਬੋਲੋ, ਲੱਗੇਗੀ ਕਿ ਨਹੀਂ ਲੱਗੇਗੀ? ਤੇ ਜਿਹੜੇ ਅੰਦਰ ਬੈਠੇ ਉਹਨਾਂ ਨੂੰ ਧੁੱਪ ਲੱਗੂਗੀ ਕਿ ਨਹੀਂ ਲੱਗੂਗੀ? ਉੱਚੀ ਬੋਲੋ ਹਾਲੇਲੂਇਆ। ਜਿਹੜਾ ਅੰਦਰ ਬੈਠਾ ਉਹਨੂੰ ਧੁੱਪ ਲੱਗੂਗੀ ਕਿ ਨਹੀਂ ਲੱਗੂਗੀ? ਜਿਹੜਾ ਅੰਦਰ ਬੈਠਾ ਉਹਦੇ ਤੇ ਪੱਖੇ ਦੀ ਹਵਾ ਆਊਗੀ ਕਿ ਨਹੀਂ ਆਊਗੀ? ਤੇ ਜਿਹੜਾ ਬਾਹਰ ਬੈਠਾ ਉਹਦੇ ਪੱਖੇ ਦੀ ਹਵਾ ਆਊਗੀ, ਉਹਨੂੰ ਧੁੱਪ ਲੱਗੂਗੀ ਕਿ ਨਹੀਂ ਲੱਗੂਗੀ? ਉਹਨੂੰ ਲੱਗੂਗੀ। ਇਹੀ ਫਰਕ ਹੈ ਪ੍ਰਭੂ ਦੀ ਕਿਰਪਾ ਦਾ ਤੇ ਪ੍ਰਭੂ ਦੀ ਕਿਰਪਾ ਤੋਂ ਬਿਨਾਂ ਜੀਵਨ ਜੀਣ ਦਾ। ਉੱਚੀ ਬੋਲੋ ਹਾਲੇਲੂਇਆ। ਜੇ ਤੁਸੀਂ ਪ੍ਰਭੂ ਦੀ ਕਿਰਪਾ ਤੋਂ ਬਿਨਾਂ ਜੀਣੇ ਹੋ, ਤੁਹਾਡੇ ਜੀਵਨ 'ਚ ਪਰੇਸ਼ਾਨੀਆਂ ਨੇ। ਸਿਆਣੇ ਸੱਪੇ ਔਰ ਬਾਬਿਆਂ ਵਾਲਾ ਜੀਵਨ ਜੀਣਾ ਛੱਡ ਦਿਓ, ਕਿ ਜਦੋਂ ਲੋੜ ਹੋਈ ਚਲੋ ਮਾਰਿਆ ਫੋਨ, ਪਾਸਟਰ ਜੀ ਨੂੰ ਆਇਓ, ਕਰ ਦੋ ਪਾਸਟਰ ਜੀ ਪ੍ਰਾਰਥਨਾ, ਹਾਂਜੀ ਆਹ ਕਰ ਦੋ, ਉਹ ਕਰ ਦੋ, ਆਹ ਕਰ ਦੋ, ਉਹ ਕਰ ਦੋ। ਸਿਆਣਿਆਂ ਵਾਲੇ ਕੰਮ ਛੱਡ ਕੇ, ਬਾਬਿਆਂ ਵਾਲੇ ਕੰਮ ਛੱਡ ਕੇ ਪ੍ਰਭੂ 'ਚ ਸਹੀ ਜੀਵਨ ਜੀਣਾ ਸ਼ੁਰੂ ਕਰੋ। ਪ੍ਰਭੂ ਨੂੰ ਆਪਣਾ ਜੀਵਨ ਪੂਰਨ ਰੀਤੀ ਨਾਲ ਦਿਓ। ਉੱਚੀ ਬੋਲੋ ਹਾਲੇਲੂਇਆ। ਇਸ ਲਈ ਇੱਕ ਵਚਨ ਪੜਾਂਗੇ,
ਮਤੀ 6 ਉਸਦੀ 33 ਔਰ 34। ਕਿਹੋ ਜਿਹਾ ਜੀਵਨ ਤੁਸੀਂ ਜੀਣਾ ਹੈ? ਤੁਹਾਨੂੰ ਅਤੇ ਮੈਨੂੰ ਪਰਮੇਸ਼ਰ ਨੇ ਕਿਹੜਾ ਜੀਵਨ ਜੀਣ ਦੇ ਲਈ ਬੁਲਾਇਆ ਸੀ? ਹਾਂਜੀ, ਮਤੀ 6 ਉਸਦੀ 33 ਔਰ 34। ਹਾਂਜੀ, ਪਰ ਤੁਸੀਂ ਪਹਿਲਾਂ ਉਹਦੇ ਰਾਜ ਅਤੇ ਉਹਦੇ ਧਰਮ ਨੂੰ ਭਾਲੋ। ਸਭ ਤੋਂ ਪਹਿਲਾਂ ਤੁਸੀਂ ਪਰਮੇਸ਼ਰ ਦੇ ਰਾਜ ਔਰ ਪਰਮੇਸ਼ਰ ਦੇ ਧਰਮ ਨੂੰ ਭਾਲੋ। ਤਾਂ ਉਹ ਤੁਹਾਨੂੰ ਪਹਿਲਾਂ ਪਰਮੇਸ਼ਰ ਦੇ ਕੰਮ ਨੂੰ ਦੇਖੋ। ਮੈਂ ਦੇਖਣਾ ਪੁੱਛਣਾ ਚਾਹੁੰਦਾ, ਦੇਖੋ ਕਿੰਨੇ ਲੋਕ ਨੇ ਜਿਹੜੇ ਅੱਜ ਇਸ ਜਗ੍ਹਾ ਤੇ ਐਤਵਾਰ ਨੂੰ ਆਏ ਨਹੀਂ। ਮੇਰੇ ਤੇ ਲਾ ਲਓ, ਮੈਂ ਇੱਕ ਪਾਸਟਰ ਹਾਂ, ਸੰਗਤ ਬੈਠੀ ਹੋਵੇ ਤੇ ਮੈਂ ਖੇਤ ਹੋਵਾਂ, ਤੁਸੀਂ ਮੇਰੇ ਬਾਰੇ ਕੀ ਕਹੋਗੇ? ਕੀ ਮੈਂ ਆਪਣੇ ਕੰਮ ਬਾਰੇ ਸਹੀ ਆ ਕਿ ਗਲਤ ਆ? ਤੁਸੀਂ ਦੱਸੋ। ਤੁਸੀਂ ਇੱਥੇ ਬੈਠੇ ਹੋ, ਮੈਂ ਖੇਤ ਹੋਵਾਂ ਐਤਵਾਰ ਨੂੰ, ਕੀ ਮੈਂ ਆਪਣੇ ਕੰਮ ਤੇ ਸਹੀ ਆ ਕਿ ਗਲਤ ਆ? ਗਲਤ ਕਿਉਂ? ਕਿਉਂਕਿ ਪ੍ਰਭੂ ਨੇ ਮੈਨੂੰ ਐਤਵਾਰ ਨੂੰ ਸੰਗਤ ਲਈ ਬੁਲਾਇਆ। ਉੱਚੀ ਬੋਲੋ ਹਾਲੇਲੂਇਆ। ਇਸ ਲਈ ਪਹਿਲੀ ਚੀਜ਼, ਪਹਿਲਾਂ ਤਾਂ ਮੇਰਾ ਪਰਿਵਾਰ ਇੱਥੇ ਹੋਣਾ ਚਾਹੀਦਾ। ਮੇਰੀ ਪਤਨੀ ਐਤਵਾਰ ਨੂੰ ਚਰਚ 'ਚ ਹੋਣੀ ਚਾਹੀਦੀ ਹੈ। ਮੇਰੇ ਬੱਚੇ ਸਾਰੇ ਦੇ ਸਾਰੇ ਇੱਥੇ ਅੱਗੇ ਹੋਣੇ ਚਾਹੀਦੇ ਨੇ। ਮੇਰੇ ਮਾਂ-ਬਾਪ ਇੱਥੇ ਹੋਣੇ ਚਾਹੀਦੇ ਨੇ। ਜੇ ਉਹਨਾਂ ਦੇ ਅੰਦਰ ਪ੍ਰਭੂ ਦਾ ਕੀ ਹੈ? ਪ੍ਰਭੂ ਦਾ ਕੀ ਹੈ? ਡਰ ਹੈ। ਜੇ ਉਹਨਾਂ ਦੇ ਅੰਦਰ ਕੀ ਦਾ ਡਰ ਹੈ? ਇਹ ਗੱਲ ਦੱਸਾਂ, ਜਿਹਦੇ ਅੰਦਰ ਜਿਹੜਾ ਅੱਜ ਐਤਵਾਰ ਨੂੰ ਟਿੱਚ ਸਮਝਦਾ ਹੈ, ਇਹ ਗੱਲ ਯਾਦ ਰੱਖਿਓ, ਲਿਖ ਲਓ ਮੇਰੀ ਗੱਲ, ਪ੍ਰਭੂ ਵੀ ਉਹਨੂੰ ਟਿੱਚ ਸਮਝੇਗਾ। ਜਿਹਨੇ ਆਪਣਾ ਐਤਵਾਰ ਪ੍ਰਭੂ ਨੂੰ ਟਿੱਚ ਸਮਝ ਕੇ ਨਹੀਂ ਦਿੱਤਾ ਨਾ, ਤੇ ਯਾਦ ਕਰ ਲਿਓ, ਉਹ ਮਿਹਨਤ ਕਰ ਲੈ। ਦਿਹਾੜੀਦਾਰ ਕਿੰਨੀ ਮਿਹਨਤ ਕਰਦੇ ਨੇ। ਆ ਜਿਹੜੇ ਖੇਤਾਂ 'ਚ ਕੰਮ ਕਰਦੇ ਨੇ, ਲੇਬਰਾਂ 'ਤੇ ਕੰਮ ਕਰਦੇ ਨੇ, ਕਿੰਨੀ ਮਿਹਨਤ ਕਰਦੇ ਨੇ। ਕਰਦੇ ਕਿ ਨਹੀਂ ਕਰਦੇ? ਕਿਸੇ ਨੂੰ ਵੀਰ ਹੁੰਦੇ ਵੇਖਿਆ? ਕਿਸੇ ਨੂੰ ਗੱਡੀਆਂ 'ਤੇ ਚੜ੍ਹਦਾ ਵੇਖਿਆ ਦਿਹਾੜੀਦਾਰ ਨੂੰ? ਇਸ ਦਾ ਮਤਲਬ ਬੰਦਾ ਮਿਹਨਤ ਨਾਲ ਨਹੀਂ, ਬੰਦਾ ਪ੍ਰਭੂ ਦੀ ਕਿਰਪਾ ਨਾਲ ਅਮੀਰ ਹੁੰਦਾ। ਉੱਚੀ ਬੋਲੋ। ਪ੍ਰਭੂ ਦੀ ਕਿਰਪਾ ਬੰਦੇ ਨੂੰ ਵਧਾਉਂਦੀ ਆ। ਇਸ ਲਈ ਪਹਿਲੀ ਜਿਹੜੀ ਚੀਜ਼ ਬ੍ਰਦਰ ਨੇ ਪੜ੍ਹੀ, ਮਤੀ 6 ਉਸਦੀ 33 ਔਰ 34, ਪ੍ਰਭੂ ਦੇ ਰਾਜ ਦੀ ਖੋਜ ਕਰੋ। ਪ੍ਰਭੂ ਦੇ ਕੰਮਾਂ ਨੂੰ ਪਹਿਲ ਦਿਓ ਆਪਣੀ ਜ਼ਿੰਦਗੀ 'ਚ। ਤੁਹਾਡਾ ਕੋਈ ਵੀ ਕੰਮ ਹੈ, ਕੁਝ ਵੀ ਹੈ, ਜਿਹੜਾ ਬੰਦਾ ਪ੍ਰਭੂ ਦੇ ਕੰਮ ਨੂੰ ਪਹਿਲਾਂ ਪਹਿਲ ਦਿੰਦਾ ਹੈ, ਪ੍ਰਭੂ ਉਹਨੂੰ ਪਹਿਲ ਦਿੰਦਾ ਹੈ। ਵਚਨ 'ਚ ਲਿਖਿਆ, ਤੁਸੀਂ ਮੇਰੇ ਰਾਜ, ਮੇਰੇ ਧਰਮ ਦੀ ਕੀ ਕਰੋ, ਫਿਰ ਕੀ ਹੋਵੇਗਾ? ਪਰ ਤੁਹਾਨੂੰ ਇਹ ਸਾਰੀਆਂ ਵਸਤਾਂ ਵੀ ਦਿੱਤੀਆਂ ਜਾਣਗੀਆਂ। ਉਹ ਜਿੰਨਾ ਪਿੱਛੇ ਭੱਜੇ ਫਿਰਦੇ ਹੋ ਨਾ, ਪ੍ਰਭੂ ਕਹਿੰਦਾ ਮੈਂ ਤੁਹਾਨੂੰ ਆਪੇ ਹੀ ਦੇ ਦੂੰਗਾ। ਉੱਚੀ ਬੋਲੋ ਹਾਲੇਲੂਇਆ। ਮੈਂ ਤੁਹਾਨੂੰ ਦੇ ਦੇਵਾਂਗਾ। ਜਿਹੜੀ ਭੁੱਖ ਹੈ ਤੁਹਾਡੇ ਪੈਸੇ ਦੀ, ਜਿਹੜੀ ਭੁੱਖ ਹੈ, ਕੋਈ ਵੀ ਅੱਜ ਲੋਕਾਂ ਦੇ ਅੰਦਰ ਇੰਨੀ ਭੁੱਖ ਹੈ ਪੈਸਾ ਇਕੱਠਾ ਕਰਨ ਦੀ, ਉਹ ਐਤਵਾਰ ਦੀ ਕੰਮ ਕਰਨ ਨੂੰ ਨਹੀਂ ਹਟਦੇ। ਤੇ ਪਰ ਅਫਸੋਸ ਦੀ ਗੱਲ ਹੈ, ਪੂਰਾ ਫਿਰ ਵੀ ਨਹੀਂ ਪੈਂਦਾ। ਉੱਚੀ ਬੋਲੋ ਹਾਲੇਲੂਇਆ। ਕਿਉਂਕਿ ਜਿਹੜਾ ਬਰਕਤ ਦਾ ਦਿਨ ਛੱਡ ਕੇ ਬਾਹਰ ਤੁਰਿਆ ਫਿਰਦਾ ਹੈ, ਉਹਦੇ ਜੀਵਨ 'ਚ ਕਿਵੇਂ ਬਰਕਤ ਹੋਵੇਗੀ? ਵਚਨ 'ਚ ਲਿਖਿਆ ਹੈ, ਪਰਮੇਸ਼ਵਰ ਨੇ ਐਤਵਾਰ ਦਾ ਦਿਨ ਬਰਕਤ ਦਾ ਦਿਨ ਠਹਿਰਾਇਆ ਹੈ। ਤੇ ਬਰਕਤ ਕਿਵੇਂ ਮਿਲਦੀ ਹੈ? ਜਦੋਂ ਤੁਸੀਂ ਐਤਵਾਰ ਆਉਣੇ ਹੋ। ਘਰੇ ਬੈਠਿਆਂ ਬਰਕਤ ਨਹੀਂ ਮਿਲਦੀ। ਉੱਚੀ ਬੋਲੋ ਹਾਲੇਲੂਇਆ। ਜਿਵੇਂ ਇੱਕ ਪਰਮੇਸ਼ਰ ਦੇ ਦਾਸ ਨੇ ਬੜਾ ਵਧੀਆ ਭਜਨ ਗਾਇਆ, ਬਰਕਤ ਚਰਚ ਬਦਲਿਆ ਨਹੀਂ ਮਿਲਦੀ, ਮਿਲਦੀ ਹੈ ਨੇਚਾ ਨਾਲ। ਉੱਚੀ ਬੋਲੋ ਹਾਲੇਲੂਇਆ। ਇਹ ਨੇਚਾ ਨਾਲ ਬਰਕਤ ਮਿਲਦੀ ਹੈ, ਵਿਸ਼ਵਾਸ ਨਾਲ ਬਰਕਤ ਮਿਲਦੀ ਹੈ। ਔਰ ਇਹ ਬਰਕਤ ਕਿਵੇਂ ਮਿਲਦੀ ਹੈ? ਜਦੋਂ ਤੁਸੀਂ ਆਪਣੇ ਪਾਸਟਰ, ਆਪਣੀ ਕਲੀਸਿਆ, ਆਪਣੀ ਸੰਗਤ ਦੇ ਵਿੱਚ ਜਾਂਦੇ ਹੋ। ਉੱਚੀ ਬੋਲੋ ਹਾਲੇਲੂਇਆ। ਉੱਥੇ ਜਾ ਕੇ ਪ੍ਰਾਰਥਨਾ ਕਰਦੇ ਹੋ। ਦੂਸਰਾ ਵਚਨ ਇਬਰਾਨੀਆਂ 3:1। ਪਹਿਲੀ ਚੀਜ਼, ਪਰਮੇਸ਼ਵਰ ਦੇ ਕੰਮ ਨੂੰ ਕੀ ਰੱਖਣਾ? ਮੁੱਖ ਰੱਖਣਾ। ਪਰਮੇਸ਼ਵਰ ਦੇ ਕੰਮ ਨੂੰ ਕੀ ਰੱਖਣਾ? ਇਹਦੇ ਨਾਲ ਕੀ ਹੋਵੇਗਾ? ਤੁਹਾਡਾ ਮਸਾ ਕਦੇ ਨਹੀਂ ਘਟੇਗਾ। ਤੁਹਾਡੇ ਤੇ ਪਰਮੇਸ਼ਵਰ ਦਾ ਆਇਲ, ਪਰਮੇਸ਼ਵਰ ਦਾ ਤੇਲ ਬਣਿਆ ਰਹੇਗਾ। ਉੱਚੀ ਬੋਲੋ ਹਾਲੇਲੂਇਆ। ਇਬਰਾਨੀਆਂ 3:1। ਹਾਂਜੀ। ਉਪਰੰਤ ਹੈ ਪਵਿੱਤਰ ਭਰਾਵੋ, ਹੈ ਪਵਿੱਤਰ ਭਰਾਵੋ। ਕਿਹੜੇ ਭਰਾਵੋ? ਇੱਕ ਦੂਸਰੇ ਨੂੰ ਭੈਣਾਂ ਨੂੰ ਬੋਲੋ, ਹੈ ਪਵਿੱਤਰ ਭੈਣ ਬੋਲੋ, ਤੇ ਭਰਾ ਬੋਲੋ, ਹੈ ਪਵਿੱਤਰ ਭਰਾਵੋ। ਹਾਂ, ਹੁਣ ਕਹਿਣਾ ਨਹੀਂ ਆਉਣਾ ਵੀ। ਉੱਚੀ ਬੋਲੋ ਹਾਲੇਲੂਇਆ। ਕਈ ਵਾਰੀ ਐਵੇਂ ਹੁਣ ਜਿਹੜਾ ਪਵਿੱਤਰ ਨਹੀਂ ਹੈਗਾ, ਜਿਹੜਾ ਸਹੀ ਨਹੀਂ ਚੱਲਦਾ, ਉਹਨੂੰ ਮਾੜੀ ਮੋਟੀ ਸ਼ਰਮ ਆਊਗੀ, ਯਾਰ ਮੈਂ ਪਵਿੱਤਰ ਵੀ ਨਹੀਂ, ਫਿਰ ਵੀ ਮੈਨੂੰ ਕੀ ਕਹੀ ਜਾਂਦੇ ਨੇ। ਜਿਹੜਾ ਪ੍ਰਾਰਥਨਾ ਨਹੀਂ ਕਰਦਾ ਉਹ ਵੀ ਅਪਵਿੱਤਰ। ਪਵਿੱਤਰਤਾ ਹੀ ਇਕੱਲੀ ਵਿਚਾਰ ਦੇ ਨਾਲ ਖਰਾਬ ਨਹੀਂ ਹੁੰਦੀ। ਝੂਠ, ਚੁਗਲੀ, ਨਿੰਦਿਆ, ਵੈਰ, ਵਿਰੋਧ, ਝਗੜੇ, ਨਸ਼ੇ, ਇਹ ਚੀਜ਼ਾਂ ਵੀ ਸਾਡੀ ਪਵਿੱਤਰਤਾ ਨੂੰ ਕੀ ਕਰਦੀਆਂ? ਖਰਾਬ ਕਰਦੀਆਂ। ਉੱਚੀ ਬੋਲੋ।
ਤੇ ਭਰਾ ਬ੍ਰਦਰ ਵਚਨ ਪੜ ਰਹੇ ਨੇ, ਹੈ ਪਵਿੱਤਰ ਭਰਾਵੋ ਅੱਗੇ। ਹਾਂਜੀ, ਤੁਸੀਂ ਸੱਦੇ ਦੇ ਭਾਈ ਵੱਲੋਂ ਤੁਸੀਂ ਸਾਡੇ ਇਕਰਾਰ ਦੇ ਰਸੂਲ ਅਤੇ ਪ੍ਰਧਾਨ ਜੱਜ ਯਿਸੂ ਵੱਲ ਧਿਆਨ ਕਰੋ। ਹਾਂਜੀ, ਉੱਚੀ ਬੋਲੋ ਹਾਲੇਲੂਇਆ। ਤੁਸੀਂ ਸਵਰਗੀ ਸੱਦੇ ਲਈ ਸੱਦੇ ਗਏ ਹੋ, ਤੁਹਾਨੂੰ ਪਰਮੇਸ਼ਰ ਨੇ ਸਵਰਗ ਲੈ ਕੇ ਜਾਣਾ, ਤਾਂ ਤੁਹਾਨੂੰ ਸੱਦਿਆ। ਜਿੱਦਾਂ ਤੁਹਾਡਾ ਸਾਰਾ ਪਿੰਡ ਇੱਥੇ ਹੁੰਦਾ, ਹੋਰ ਬੰਦੇ ਨਹੀਂ ਹੈਗੇ ਇੱਥੇ। ਕਿਉਂ? ਪਰਮੇਸ਼ਰ ਨੇ ਤੁਹਾਨੂੰ ਸਵਰਗ ਜਾਣ ਦੇ ਲਈ ਸੱਦਿਆ। ਤੁਹਾਨੂੰ ਹੋਕਾ ਦਿੱਤਾ ਸੀ ਕਿਸੇ ਟਾਈਮ, ਮੇਰੀ ਭੈਣ ਸਵਰਗ ਜਾਣਾ ਚਾਹੁੰਦੀ ਹੈ, ਤੂੰ ਆਖਿਆ ਸੀ ਹਾਂ ਮੈਂ ਜਾਣਾ ਚਾਹੁੰਦੀ ਹਾਂ, ਤਾਂ ਪ੍ਰਭੂ ਨੇ ਤੈਨੂੰ ਕਿਹਾ ਸੀ ਤੌਬਾ ਕਰ ਲੈ, ਤੂੰ ਆਖਿਆ ਹਾਂਜੀ ਮੈਂ ਕਰ ਲੈਂਦੀ ਹਾਂ। ਫਿਰ ਪ੍ਰਭੂ ਨੇ ਤੈਨੂੰ ਆਪਣੇ ਦਾਸ ਦੇ ਦੁਆਰਾ ਕਿਹਾ ਸੀ ਬਪਤਿਸਮਾ ਲੈ ਲੈ, ਤੂੰ ਬੜੀ ਖੁਸ਼ੀ ਨਾਲ ਕਿਹਾ ਹਾਂ ਲੈ ਲੈਂਦੇ ਆ ਬਪਤਿਸਮਾ। ਫਿਰ ਪਰਮੇਸ਼ਰ ਤੈਨੂੰ ਕਹਿ ਰਿਹਾ ਤੇ ਆਪਣੇ ਆਪ ਨੂੰ ਬਪਤਿਸਮੇ ਲਈ ਕੀ, ਆਪਣੇ ਆਪ ਨੂੰ ਸਵਰਗ ਲਈ ਕੀ ਕਰ, ਤਿਆਰ ਕਰ। ਕੀ ਕਰ? ਕੀ ਤੁਸੀਂ ਆਪਣੇ ਆਪ ਨੂੰ ਸਵਰਗ ਲਈ ਤਿਆਰ ਕਰ ਰਹੇ ਹੋ? ਇੱਕ ਸਵਾਲ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗਾ, ਅੱਜ ਅਗਰ ਤੁਹਾਡੇ ਚੋਂ ਅੱਜ ਅਗਰ ਕੋਈ ਮਰਦਾ ਹੈ, ਤੁਹਾਡੇ ਚੋਂ ਅਗਰ ਅੱਜ ਕੋਈ ਮਰ ਜਾਂਦਾ, ਕਿੰਨੇ ਜਣੇ ਨੇ ਤੁਹਾਡੇ ਜਿਹੜੇ ਸਵਰਗ ਜਾਣਗੇ? ਕੋਈ ਹੈਗਾ ਹੱਥ ਖੜਾ ਕਰਕੇ ਕਹਿ ਸਕਦਾ ਪਾਸਟਰ ਜੀ ਮੈਂ ਜਾਊਂਗਾ? ਤੁਸੀਂ ਜਾਓਗੇ? ਹਾਂਜੀ, ਤੁਸੀਂ ਮਾਤਾ, ਹੋਰ ਨਹੀਂ? ਸਾਰੇ ਨਹੀਂ, ਆਪਦੇ ਸਾਰਾ ਨਾ ਛੱਡੋ, ਸਾਰੇ ਦੀ ਗੱਲ ਛੱਡੋ, ਤੁਹਾਡੇ ਘਰ ਦੀ ਨਹੀਂ ਚਰਚਾ ਰਹੀ, ਸਾਰਾ ਦੀ ਗੱਲ ਛੱਡੋ ਤੁਸੀਂ। ਅੱਜ ਕੱਲ ਤਾਂ ਉਹ ਸਿਆਣੇ ਦੀ ਕਹਾਵਤ ਹੈ, ਕੀ ਕਹਿੰਦੇ ਹੁੰਦੇ ਆ, ਧੀ ਦੀ ਨਾ ਪੁੱਤ ਦੀ ਹੈ ਨਾ, ਆਪਦੀ, ਕੀ ਕਹਿੰਦੇ ਹੁੰਦੇ ਆ? ਹਾਲੇਲੂਇਆ। ਗਰੰਟੀ, ਹਾਂ ਗਰੰਟੀ ਨਾ ਧੀ ਦੀ ਨਾ ਪੁੱਤ ਦੀ, ਇਕੱਲੀ ਆਪਦੀ। ਅੱਜ ਕੱਲ ਤਾਂ ਹਾਲ, ਤੁਸੀਂ ਆਪਣੀ ਗਰੰਟੀ ਦੇ ਦਿਓ ਬਸ। ਸੋਚੋ, ਅਗਰ ਅੱਜ ਜਾਓ, ਅੱਜ ਮਰਦੇ ਹੋ, ਕਿੱਥੇ ਜਾਓਗੇ? ਆ ਤੁਹਾਡੇ ਦਾਰੂ ਪਿਆਲੇ, ਆ ਤੁਹਾਡੇ ਨਸ਼ੇ, ਆ ਤੁਹਾਡੇ ਗੰਦੇ ਕੰਮ, ਆ ਤੁਹਾਡੀਆਂ ਗੰਦੀਆਂ ਗਾਲਾਂ, ਤੁਹਾਡੇ ਬੁਰੇ ਵਿਚਾਰ, ਆ ਤੁਹਾਡਾ ਲਾਲਚ, ਆ ਜਿਹੜਾ ਤੁਹਾਡਾ ਵੈਰ ਵਿਰੋਧ, ਆ ਤੁਹਾਡੇ ਚਗਲੇ ਝਗੜੇ, ਆ ਤੁਹਾਡੀਆਂ ਚੁਗਲੀਆਂ, ਤੁਹਾਡੀਆਂ ਨਿੰਦਿਆਵਾਂ, ਤੁਹਾਡੇ ਪਾਪੀ ਕੰਮ, ਅਗਰ ਅੱਜ ਮਰਦੇ ਹੋ, ਅੱਜ ਤੁਹਾਡੇ ਨਾਲ ਜਾਣਗੇ। ਹਾਲੇਲੂਇਆ। ਪਰਮੇਸ਼ਰ ਤੋਂ ਡਰਦੇ ਹੋ ਔਰ ਕੰਬਦੇ ਹੋਏ ਆਪਣਾ ਜੀਵਨ ਬਿਤਾਓ, ਯਿਸੂ ਮਸੀਹ ਦੇ ਵੱਲ ਦੇਖਦੇ ਹੋ। ਕਿਹਦੇ ਵੱਲ ਦੇਖਦੇ ਹੋ? ਉੱਚੀ ਬੋਲੋ ਹਾਲੇਲੂਇਆ। ਇੱਕ ਵਚਨ ਹੋਰ, ਇਬਰਾਨੀਆਂ 12 ਦੀ 1 ਔਰ 2। ਔਰ ਜਦੋਂ ਤੁਸੀਂ ਪਰਮੇਸ਼ਰ ਦੇ ਵਿੱਚ ਚੱਲੋਗੇ, ਅੱਜ ਤੁਹਾਡੇ ਜੀਵਨ 'ਚ ਬੜੀਆਂ ਮੁਸ਼ਕਲਾਂ ਆਉਣੀਆਂ ਮੇਰੇ ਭਰਾ ਮੇਰੀ ਭੈਣ, ਬੜੀਆਂ ਕਠਿਨਾਈਆਂ ਤੇਰੇ ਜੀਵਨ 'ਚ ਆਉਣੀਆਂ, ਬੜੀਆਂ ਬਿਮਾਰੀਆਂ ਆਉਣੀਆਂ, ਬੜੀਆਂ ਪਰੇਸ਼ਾਨੀਆਂ ਆਉਣੀਆਂ, ਬੜੇ ਦੁੱਖ ਆਉਣੇ ਨੇ। ਪਾਪ ਵੀ ਤੇਰੇ ਜੀਵਨ 'ਚ ਸ਼ੈਤਾਨ ਲੈ ਕੇ ਬੈਠਾ, ਪਰ ਉਦੋਂ ਤੂੰ ਕੀ ਕਰਨਾ ਹੈ? ਹਾਂਜੀ, ਇਬਰਾਨੀਆਂ 12 ਦੀ 1 ਔਰ 2। ਹਾਂਜੀ, ਉਪਰੰਤ ਜਦੋਂ ਉਪਰੰਤ ਹੈ ਮੇਰੇ ਭਰਾਵੋ, ਗਵਾਹ ਦੇ ਇੰਨੇ ਵੱਡੇ ਬਦਲ ਨੇ। ਹੁਣ ਤੁਸੀਂ ਇੰਨੇ ਲੋਕਾਂ ਦੀਆਂ ਗਵਾਹੀਆਂ ਸੁਣ ਲੀਆਂ, ਦਾਊਦ ਬਾਰੇ ਸੁਣ ਲਿਆ, ਕਿੰਨੇ ਲੋਕਾਂ ਬਾਰੇ ਤੁਹਾਨੂੰ ਪਤਾ ਵੀ ਲੱਗ ਗਿਆ ਕਿ ਕਿਵੇਂ ਉਹ ਪ੍ਰਭੂ 'ਚ ਚੱਲਦੇ ਸੀ, ਕਿਵੇਂ ਉਹ ਰਹੇ। ਹਾਂਜੀ, ਸਾਨੂੰ ਘੇਰਿਆ ਹੋਇਆ ਹੈ। ਜਦੋਂ ਇੰਨੇ ਲੋਕਾਂ ਦੀਆਂ ਗਵਾਹੀਆਂ ਨੇ ਸਾਨੂੰ ਘੇਰਿਆ ਹੋਇਆ ਹੈ, ਤਾਂ ਆਓ ਅਸੀਂ ਵੀ ਹਰੇਕ ਭਾਰ ਅਤੇ ਉਸ ਪਾਪ ਨੂੰ ਜਿਹੜਾ ਭਾਰ ਅਤੇ ਪਾਪ, ਕਿਹੜੀ ਚੀਜ਼? ਭਾਰ ਅਤੇ ਅੱਜ ਕੱਲ ਤਾਂ ਭਾਰ ਹੀ ਬੜਾ ਲੋਕਾਂ ਦੇ ਕਹਿੰਦੇ, ਮੇਰੇ ਤੇ ਬੜਾ ਭਾਰ ਹੈ ਜੀ, ਮੇਰੇ ਜਵਾਕਾਂ ਦਾ, ਮੇਰੇ ਤੇ ਮੇਰੇ ਪਰਿਵਾਰ ਦਾ ਬੜਾ ਭਾਰ ਹੈ, ਮੇਰੇ ਤੇ ਕਰਜ਼ੇ ਦਾ ਬੜਾ ਭਾਰ ਹੈ। ਦਾਰੂ ਵਾਲੇ ਤੋਂ ਪੁੱਛਿਆ ਤੂੰ ਕੋ ਪੀਣਾ? ਮੇਰੇ ਤੇ ਨਾ ਕਰਜ਼ਾ ਬੜਾ, ਮੇਰੇ ਦਿਮਾਗ ਤੇ ਬੜਾ ਭਾਰ ਹੈ, ਮੈਂ ਤਾਂ ਪੀਣਾ। ਭੈਣ ਨੂੰ ਆਖਿਆ ਤੂੰ ਵਾਰੀ ਰੁੱਸ ਕੇ ਕੋ ਜਾਂਦੀ ਹੈ ਉੱਥੇ, ਤੇ ਉਹ ਕਹਿੰਦੇ ਵੀ ਮੇਰੇ ਦਿਮਾਗ ਤੇ ਬੜਾ ਭਾਰ ਹੈ। ਅੱਜ ਹਰੇਕ ਦੇ ਜੀਵਨ 'ਚ ਕੋਈ ਨਾ ਕੋਈ ਕੀ ਆ? ਭਾਰ। ਅਗਲਾ ਕੀ ਹੈ? ਪਾਪ। ਦੋ ਚੀਜ਼ਾਂ ਨੇ। ਕਿਹੜੀਆਂ ਚੀਜ਼ਾਂ ਸ਼ੈਤਾਨ ਸਾਡੇ ਜੀਵਨ 'ਚ ਰੱਖਦਾ ਹੈ? ਇੱਕ ਭਾਰ ਤੇ ਇੱਕ ਪਾਪ। ਪਰ ਪਰਮੇਸ਼ਰ ਦਾ ਵਚਨ ਕੀ ਕਹਿੰਦਾ? ਪੜੋ ਅੱਗੇ। ਜਿਹੜਾ ਸਹਿਜ ਨਾਲ, ਇਹ ਸਹਿਜ ਨਾਲ ਪਸਾਉਂਦਾ ਤੁਹਾਨੂੰ। ਤੁਹਾਡਾ ਐਤਵਾਰ ਨਾ ਐਵੇਂ ਨਹੀਂ ਛਡਾਵੇਗਾ ਸ਼ੈਤਾਨ, ਬੜੇ ਤਰੀਕੇ ਨਾਲ ਰਿਸ਼ਤੇਦਾਰ ਨੂੰ ਲਿਆ ਕੇ ਤੁਹਾਡੇ ਘਰੇ, ਤੁਹਾਡੇ ਪਰਿਵਾਰ 'ਚ ਕੁਝ ਬੰਦੇ ਹੀ ਐ ਜੇ ਖੜੇ ਕਰ ਦੂਗਾ ਸ਼ੈਤਾਨ ਕਿ ਉਹਨਾਂ ਨੇ ਸੰਡੇ ਚਰਚ ਲਾਉਣਾ ਨਹੀਂ, ਤੁਹਾਨੂੰ ਲਾਉਣ ਨਹੀਂ ਦੇਣਾ। ਉਹਨਾਂ ਨੇ ਆਪ ਪ੍ਰਾਰਥਨਾ ਕਰਨੀ ਨਹੀਂ, ਤੁਹਾਨੂੰ ਕਰਨ ਨਹੀਂ ਦੇਣੀ। ਉਹਨਾਂ ਨੇ ਆਪ ਪਵਿੱਤਰ ਜੀਣਾ ਨਹੀਂ, ਤੁਹਾਨੂੰ ਜੀਣ ਨਹੀਂ ਦੇਣਾ।
उन्होंने फिल्मां गाने जान जान के उच्ची आवाज कर करके ਤੁਹਾਡੇ ਜੀਵਨ ਚੋਂ ਕੰਡੇ ਰੱਖਣੇ ਨੇ ਕਿ ਤੁਹਾਨੂੰ ਇੱਕ ਹਿਸਾਬ ਦਾ ਸ਼ੈਤਾਨ ਚੈਲੰਜ ਕਰਦਾ ਲੈ ਹੁਣ ਤੂੰ ਤਾਂ ਕਹਿੰਦਾ ਸੀ ਮੈਂ ਗਾਣੇ ਨਹੀਂ ਸੁਣਦਾ, ਤੂੰ ਤਾਂ ਕਹਿੰਦਾ ਸੀ ਮੈਂ ਨਹੀਂ ਕਰਦਾ, ਉਹ ਨਹੀਂ ਕਰਦਾ, ਲੈ ਹੁਣ ਰੋਕ ਕੇ ਵਿਖਾ, ਹੁਣ ਟੀਵੀ ਬੰਦ ਕਰਕੇ ਵਿਖਾ, ਹੁਣ ਆਪਦੇ ਘਰ ਵਾਲੇ ਨੂੰ ਕੁਝ ਕਹਿ ਕੇ ਵਿਖਾਣਾ, ਹੁਣ ਆਪਦੇ ਡੈਡੀ ਨੂੰ ਕੁਝ ਕਹਿ ਕੇ ਵਿਖਾ, ਹੁਣ ਆਪਦੇ ਭਰਾ ਨੂੰ ਕੁਝ ਕਹਿ ਕੇ ਵਿਖਾ, ਹੁਣ ਆਪਣੇ ਘਰ ਵਾਲੇ ਨੂੰ ਕੁਝ ਕਹਿ ਕੇ ਵਿਖਾ। ਪਰ ਪਰਮੇਸ਼ਰ ਦਾ ਵਚਨ ਕੀ ਕਹਿੰਦਾ ਹੈ? ਤੁਸੀਂ ਕੀ ਕਰਨਾ ਹੈ? ਸਿਆਣੇ ਲੋਕੋ ਕੀ ਕਰਨਾ ਹੈ? ਪੜੋ ਹਰ ਇੱਕ ਭਾਰ, ਹਰ ਇੱਕ ਪਾਪ ਨੂੰ ਜੋ ਸਹਿਜ ਨਾਲ ਤੁਹਾਨੂੰ ਫਸਾ ਲੈਂਦਾ ਹੈ, ਤਰੀਕੇ ਨਾਲ ਫਸਾਉਂਦਾ ਹੈ ਸ਼ੈਤਾਨ ਅੱਗੇ, ਪਰੇ ਸੁੱਟ ਕੇ ਉੱਚੀ ਬੋਲੋ ਹਾਲੇਲੂਇਆ। ਮੈਂ ਤੁਹਾਨੂੰ ਦੱਸਾਂ ਇਹੋ ਜਿਹੇ ਲੋਕਾਂ ਦੀ ਫਿਕਰ ਕਰਨਾ ਬੰਦ ਕਰ ਦਿਓ। ਜਿਹੜੇ ਪ੍ਰਭੂ 'ਚ ਨਹੀਂ ਚੱਲਦੇ ਉਹਨਾਂ ਲਈ ਦੁਆ ਨਾ ਕਰੋ, ਦਾਨ ਦਸ਼ਵਾਂਸ਼ ਨਾ ਲਓ ਉਹਨਾਂ ਤੋਂ। ਤੁਸੀਂ ਇੱਕ ਸ਼ਰਾਬੀ ਬੰਦਾ, ਇੱਕ 2 ਨੰਬਰ ਦਾ ਬੰਦਾ, ਇੱਕ ਗਲਤ ਕੰਮ ਕਰਨ ਵਾਲਾ ਬੰਦਾ, ਤੁਸੀਂ ਤੋਂ ਜਦੋਂ ਦਸ਼ਵਾਂਸ਼ ਲੈਂਦੇ ਹੋ ਤੁਹਾਨੂੰ ਪਤਾ ਦਸ਼ਵਾਂਸ਼ ਲੈਣ ਦੇ ਦੁਆਰਾ ਤੁਸੀਂ ਉਹਦੀ ਕਮਾਈ ਦਾ ਬਰਕਤ, ਉਹ ਦਸ਼ਵਾਂਸ਼ ਦੇ ਰਿਹਾ, ਤੁਸੀਂ ਕਹਿ ਰਹੇ ਹੋ ਪ੍ਰਭੂ ਦੀ ਕਮਾਈ 'ਚ ਕੀ ਪਾ, ਬੋਲੋ ਕੀ ਪਾ, ਬਰਕਤ ਤਾਂ ਪਾਵੀ ਉਹ ਹੋਰ ਪੀਵੇ, ਬਰਕਤ ਤਾਂ ਪਾਵੀ ਕਿ ਉਹ ਹੋਰ ਗਲਤ ਕੰਮ ਕਰੇ। ਨਹੀਂ, ਦਸ਼ਵਾਂਸ਼ ਲੈਣਾ ਚਰਚ ਦਾ ਕੰਮ ਹੈ, ਪਾਸਟਰ ਦਾ ਕੰਮ ਹੈ, ਲੋਕਾਂ ਦੇ ਜੀਵਨ ਨੂੰ ਸੁਧਾਰਨਾ। ਅਗਰ ਉਹ ਇਹ ਚੀਜ਼ਾਂ ਨੂੰ ਬੇਗੁਨਾਹ ਕਰਕੇ ਲੋਕਾਂ ਨੂੰ ਆਪਣੀ ਚਰਚ 'ਚ ਕਹੀ ਜਾਵੇ ਕਿ ਆਓ 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 ਜੋ ਮਰਜ਼ੀ ਆਓ, ਤਾਂ ਫਿਰ ਉਹ ਚਰਚ ਨਹੀਂ ਹੈ, ਉਹ ਧਰਮਸ਼ਾਲਾ ਹੈ। ਚਰਚ ਦੇ ਵਿੱਚ ਲੋਕਾਂ ਦੇ ਜੀਵਨ ਨੂੰ ਸੁਧਾਰਨਾ ਚਾਹੀਦਾ, ਚਰਚ ਦੇ ਅੰਦਰ ਪਾਪੀਆਂ ਨੂੰ ਬਦਲਣਾ ਚਾਹੀਦਾ, ਚਰਚ ਦੇ ਵਿੱਚ ਸ਼ਰਾਬੀਆਂ ਨੂੰ, ਨਸ਼ੇੜੀਆਂ ਨੂੰ, ਗਲਤ ਕੰਮ ਕਰਨ ਵਾਲੇ ਨੂੰ ਆਪਣੇ ਪਾਪਾਂ ਤੋਂ ਤੌਬਾ ਕਰਕੇ ਪ੍ਰਭੂ 'ਚ ਚੱਲਣਾ ਚਾਹੀਦਾ। ਉੱਚੀ ਬੋਲੋ ਹਾਲੇਲੂਇਆ। ਹਸਪਤਾਲ ਦੇ ਵਿੱਚ ਕੌਣ ਜਾਂਦੇ ਨੇ? ਮਰੀਜ਼ ਜਾਂਦੇ ਨੇ, ਟੁੱਟੀਆਂ ਲੱਤਾਂ ਵਾਲੇ ਜਾਂਦੇ ਨੇ, ਅੱਖਾਂ ਵਾਲੇ ਜਾਂਦੇ ਨੇ, ਜ਼ਖਮ ਵਾਲੇ ਜਾਂਦੇ ਨੇ। ਅੱਛਾ ਮੈਨੂੰ ਦੱਸੋ ਵੀ ਇੱਕ ਬੰਦੇ ਦੀ ਮੰਨ ਲਓ ਲੱਤ ਟੁੱਟੀ ਆ, ਆਪਾਂ ਪਲਾਸਟਰ ਕਰਤਾ, ਉਹ ਬੰਦਾ ਉੱਥੇ ਹੀ ਪਿਆਰ ਹੋਊਗਾ ਕਿ ਠੀਕ ਹੋ ਕੇ ਘਰੇ ਜਾ ਵੜੂਗਾ? ਉੱਥੇ ਹੀ ਪਿਆਰ ਹੋਊਗਾ ਕਿ ਠੀਕ ਹੋ ਕੇ ਘਰੇ ਚਲਾ ਜਾਊਗਾ? ਹਸਪਤਾਲ 'ਚ ਦਵਾਈ ਲੈ ਕੇ ਠੀਕ ਹੋ ਕੇ ਘਰਾਂ ਚਲੇ ਜਾਊਗਾ ਕਿ ਹਸਪਤਾਲ 'ਚ ਪਿਆਰ ਹੋਊਗਾ? ਘਰੇ ਚਲਾ, ਕਿਉਂਕਿ ਹਸਪਤਾਲ ਦਾ ਕੰਮ ਉਹਨਾਂ ਨੂੰ ਰੱਖਣਾ ਨਹੀਂ ਹੈ, ਹਸਪਤਾਲ ਦਾ ਕੰਮ ਉਹਨਾਂ ਨੂੰ ਦਾ ਇਲਾਜ ਕਰਕੇ ਘਰੇ ਭੇਜ ਕੇ। ਉੱਚੀ ਬੋਲੋ ਹਾਲੇਲੂਇਆ। ਚਰਚ ਦਾ ਕੰਮ ਨਹੀਂ ਹੈ ਕਿ ਇਹੋ ਜਿਹਾ ਨੂੰ ਆਪਣੇ ਵਿੱਚ ਹੀ ਰੱਖੋ। ਚਰਚ ਦਾ ਕੰਮ ਹੈ ਇਹੋ ਜਿਹਾ ਦਾ ਸੁਧਾਰ ਕਰਨਾ, ਚਰਚ ਦਾ ਕੰਮ ਹੈ ਇਹੋ ਜਿਹਾ ਨੂੰ ਡਾਂਟਣਾ, ਚਰਚ ਦਾ ਕੰਮ ਹੈ ਇਹੋ ਜਿਹਾ ਦਾ ਵਿਰੋਧ ਕਰਨਾ, ਚਰਚ ਦਾ ਕੰਮ ਹੈ ਘੁਟਨਿਆਂ ਤੇ ਹੋ ਕੇ ਵਰਤ ਰੱਖ ਕੇ ਇਹੋ ਜਿਹੇ ਸ਼ੈਤਾਨ ਜਿਹੜੇ ਇਹਨਾਂ ਦੇ ਪਿੱਛੇ ਲੱਗੇ ਹੋਏ ਨੇ ਉਹਨਾਂ ਦੇ ਖਿਲਾਫ ਪ੍ਰਾਰਥਨਾ ਕਰਨੀ, ਸ਼ੈਤਾਨਾਂ ਨੂੰ ਡਾਂਟਣਾ, ਬੁਰੀਆਂ ਆਤਮਾਵਾਂ ਨੂੰ ਡਾਂਟਣਾ ਜੋ ਇਹਨਾਂ ਨੂੰ ਇਹ ਗੰਦੇ ਕੰਮ ਕੀ ਹੈ ਕਰਵਾਉਂਦੀਆਂ ਨੇ। ਉੱਚੀ ਬੋਲੋ ਹਾਲੇਲੂਇਆ। ਇਸੇ ਲਈ ਇਹ ਚੀਜ਼ਾਂ ਜਦੋਂ ਤੁਹਾਡੇ ਜੀਵਨ 'ਚ ਨੇ ਇਹਨਾਂ ਨੂੰ ਪਰਾਂ ਸੁੱਟਣਾ ਹੈ, ਖਾਸ ਕਰਕੇ ਟੀਮ ਵਲੰਟੀਅਰਸ, ਇਹਨਾਂ ਨੂੰ ਪਰਾਂ ਸੁੱਟ ਦੇਣਾ ਆਪਣੇ ਜੀਵਨ 'ਚ, ਇਹਨਾਂ ਨੂੰ ਤੁਸੀਂ ਇਗਨੋਰ ਕਰਨਾ ਆਪਣੇ ਜੀਵਨ 'ਚ, ਇਹਨਾਂ ਦੇ ਵਿੱਚ ਨਹੀਂ ਫਸਣਾ। ਜੇ ਤੁਸੀਂ ਇਹੋ ਜਿਹੇ ਝਮੇਲਿਆਂ 'ਚ ਫਸ ਜਾਓਗੇ ਨਾ, ਤੁਸੀਂ ਵੇਖੋ ਕਦੇ, ਤੁਸੀਂ ਬੋਲ ਕੇ ਵੇਖੋ, ਲੜਾਈ ਕਰਕੇ ਦੇਖੋ, ਆਪਣੇ ਘਰ ਦੇ ਵਿੱਚ ਬਹਿਸ ਕਰਕੇ ਦੇਖੋ, ਤੁਹਾਡੇ ਤੋਂ ਪ੍ਰਾਰਥਨਾ ਹੀ ਨਹੀਂ ਹੋਣੀ, ਤੁਹਾਡੀ ਉਸੇ ਦਿਨ ਪ੍ਰਾਰਥਨਾ ਬੰਦ ਹੋ ਜਾਵੇਗੀ। ਸ਼ੈਤਾਨ ਇਹ ਚਾਹੁੰਦਾ ਇਹ ਬੰਦਾ ਇਹਨਾਂ ਵਿਸ਼ਿਆਂ 'ਚ ਉਲਝ ਜਾਵੇ, ਸ਼ੈਤਾਨ ਚਾਹੁੰਦਾ ਇਹ ਬੰਦਾ ਇਹੋ ਜਿਹੇ ਬੰਦਿਆਂ ਦੇ ਚੰਗਲ ਵਿੱਚ ਕੀ ਹੋ ਜਾਵੇ, ਅਸੀਂ ਇਹੋ ਜਿਹਾ ਫਸਣਾ ਨਹੀਂ ਹੈ, ਬਲਕਿ ਆਪਣੇ ਆਪ ਨੂੰ ਪਰਮੇਸ਼ਵਰ ਦੇ ਵਿੱਚ ਚਲਾਉਣਾ ਹੈ। ਉੱਚੀ ਬੋਲੋ ਹਾਲੇਲੂਇਆ। ਜੰਗਲ ਜਿੰਨਾ ਮਰਜੀ ਕਾਲਾ ਹਨੇਰਾ ਘਣਾ ਕਿਉਂ ਨਾ ਹੋਵੇ, ਅਗਰ ਰਾਹ ਪਤਾ ਹੈ ਤਾਂ ਰਾਹੀ ਜੰਗਲ ਵਿੱਚ ਨਹੀਂ ਜਾਂਦਾ, ਉਹ ਰਾਹ ਤੁਰਿਆ ਜਾਂਦਾ ਹੈ। ਤੁਹਾਡਾ ਤੇ ਮੇਰਾ ਰਾਹ ਯਿਸੂ ਮਸੀਹ ਹੈ। ਜੇ ਕੋਈ ਮੰਨਦਾ ਹੈ ਤਾਂ ਚੰਗੀ ਗੱਲ ਹੈ, ਨਹੀਂ ਮੰਨਦਾ ਉਹਦਾ ਖਹਿੜਾ ਛੱਡੋ, ਆਪਣੀ ਸੇਵਕਾਈ, ਆਪਣੀ ਜੋ ਤੁਹਾਨੂੰ ਡਿਊਟੀ ਮਿਲੀ ਹੈ ਉਹਨੂੰ ਕਰੋ, ਪਰਮੇਸ਼ਰ ਦੇ ਵੱਲ ਦੇਖਦੇ ਰਹੋ, ਪਰਮੇਸ਼ਰ ਤੁਹਾਨੂੰ ਬੜੀ ਕਿਰਪਾ ਦੇਵੇਗਾ। ਆਮੀਨ। ਸਾਰਿਆਂ ਨੂੰ ਮੇਰੇ ਵੱਲੋਂ ਜੈ। ਉੱਚੀ ਬੋਲਾਂ।